ਗੁਰ ਸੇਵੀਐ ਅਹਨਿਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਦੂਜਾ। ਮੰਤਰੀ ਹੋਏ ਅਠੂਹਿਆ ਨਾਗੀ ਲੱਗੈ ਜਾਏ। ਆਪਣ ਹੱਥੀ ਆਪਣੈ ਦੇ ਕੂਚਾ ਆਪੇ ਲਾਏ। ਮੰਤਰੀ ਹੋਏ ਅਠੂਹਿਆ ਨਾਗੀ ਲੱਗੈ ਜਾਏ। ਆਪਣ ਹੱਥੀ ਆਪਣੈ ਦੇ ਕੂਚਾ ਆਪੇ ਲਾਏ। ਹੁਕਮ ਪਿਆ ਧੁਰ ਖਸਮ ਕਾ ਅਤੀ ਹੂੰ ਧੱਕਾ ਖਾਏ। ਗੁਰਮੁਖ ਸਿਉ ਮਨਮੁਖ ਅੜੈ ਡੁੱਬੈ ਹੱਕ ਨਿਆਏ। ਦੁਹਾਂ ਸਿਰਿਆ ਆਪੇ ਖਸਮ ਵੇਖੈ ਕਰ ਵਿਉ ਪਾਏ। ਨਾਨਕ ਏਵੈ ਜਾਣੀਐ ਸਭ ਕਿਛ ਤਿਸ ਹੈ ਰਜਾਏ। ਦੁਹਾਂ ਸਿਰਿਆ ਆਪੇ ਖਸਮ ਵੇਖੈ ਕਰ ਵਿਉ ਪਾਏ। ਨਾਨਕ ਏਵੈ ਜਾਣੀਐ ਸਭ ਕਿਛ ਤਿਸ ਹੈ ਰਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜਾਗਦੀ ਜੋਤ ਕਿਰਪਾ ਦੇ ਸਾਗਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਕਿਰਪਾਲਤਾ ਸਦਕਾ ਚੌਜੀ ਪਾਤਸ਼ਾਹ ਜੀ ਦੇ ਪਵਿੱਤਰ ਤਖਤ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਇਹ ਸਤ ਸੰਗਤ ਦੀਆਂ ਘੜੀਆਂ ਦਾ ਸੁਭਾਗ ਸਮਾਂ ਆਪਾਂ ਨੂੰ ਪ੍ਰਾਪਤ ਹੋਇਆ ਹੈ। ਮਹਾਰਾਜ ਜੀ ਦੇ ਪਵਿੱਤਰ ਸ਼ਬਦ ਦੀ ਕਥਾ ਦਾ ਸਮਾਂ ਹੈ। ਮਨ ਇਕਾਗਰ ਕਰਕੇ ਹਜ਼ੂਰ ਦਾ ਅੰਮ੍ਰਿਤ ਪਵਿੱਤਰ ਉਪਦੇਸ਼ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਸਤਿਗੁਰੂ ਜੀ ਦੇ ਪਾਵਨ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ
ਮਹੱਲਾ ਦੂਜਾ। ਸੱਚੇ ਪਾਤਸ਼ਾਹ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਹਜੂਰ ਆਪਣੇ ਸ਼੍ਰੀ ਕੰਠ ਤੋਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਸ਼ਲੋਕ ਮਹਾਰਾਜ ਉਚਾਰਨ ਕਰ ਰਹੇ ਹਨ। ਮੰਤਰੀ ਹੋਏ ਅਠੂਹਿਆ। ਇਹ ਪਾਵਨ ਸ਼ਬਦ ਸਤਿਗੁਰਾਂ ਜੀ ਨੇ ਛਾਪਰੀ ਸਾਹਿਬ ਵਿਖੇ ਸਾਧ ਸੰਗਤ ਜੀ ਉਚਾਰਨ ਕੀਤਾ ਹੈ। ਜਦੋਂ ਖਡੂਰ ਦੇ ਸਿੱਖਾਂ ਨੇ ਮਹਾਰਾਜ ਕੋਲੋਂ ਜਾ ਕੇ ਮੁਆਫੀ ਮੰਗੀ ਸੀ, ਇਹ ਤਪੇ ਦੀ ਉਸਾਰੀ ਉਥਾਨਕਾ ਹੈ ਸ਼ਬਦ ਦੀ। ਜਦੋਂ ਮੀਂਹ ਨਹੀਂ ਸੀਗਾ ਪੈਂਦਾ ਤੇ ਉਹ ਤਪਾ ਮਹਾਰਾਜ ਜੀ ਨਾਲ ਈਰਖਾ ਕਰਦਾ ਸੀ। ਗੁਰੂ ਸਾਹਿਬ ਜੀ ਦੇ ਲੰਗਰ ਵਿੱਚ ਘਿਓ ਦੀ ਖੀਰ ਵਰਤਦੀ। ਮਹਾਰਾਜ ਦਾ ਇਹੋ ਜਿਹਾ ਉਪਦੇਸ਼ ਬਹੁਤ ਗਿਣਤੀ ਵਿੱਚ ਸੰਗਤਾਂ ਵਰਸਾਉਂਦੀਆਂ, ਭੀੜ ਲੱਗੀ ਰਹਿੰਦੀ। ਉਹਨੂੰ ਬੜਾ ਮਨ ਵਿੱਚ ਗੁੱਸਾ ਲੱਗਦਾ, ਮਨ ਚ ਈਰਖਾ ਸੀ। ਮੌਕਾ ਪਾ ਕਰਕੇ ਜਦੋਂ ਬਰਖਾ ਨਾ ਹੋਈ ਤੇ ਉਸਨੇ ਫਿਰ ਖਡੂਰ ਸਾਹਿਬ ਦੇ ਰਹਿਣ ਵਾਲੇ ਜਿਹੜੇ ਲੋਕ ਸੀ ਉਹਨਾਂ ਨੂੰ ਪ੍ਰੇਰਨਾ ਕੀਤਾ ਕਿ ਇੱਥੇ ਨਾ ਇਹ ਗ੍ਰਸਤੀ ਸਾਧੂ ਰਹਿੰਦੇ ਆ ਗੁਰੂ ਅੰਗਦ ਸਾਹਿਬ, ਤੇ ਇਸ ਕਰਕੇ ਇਹ ਪਰਮੇਸ਼ਰ ਦੀ ਕਰੋਪੀ ਹੋ ਗਈ। ਗ੍ਰਸਤੀ ਸਾਧੂ ਕਿਵੇਂ ਹੋ ਸਕਦਾ ਹੈ, ਤੇ ਤਾਂ ਨਹੀਂ ਬਰਖਾ ਹੋ ਰਹੀ। ਉਹ ਕਹਿਣ ਲੱਗੇ ਤਪਾ ਜੀ ਕੀ ਕਰੀਏ ਫਿਰ? ਕਹਿੰਦੇ ਆ ਬਈ ਉਹਨਾਂ ਨੂੰ ਨਗਰ ਚੋਂ ਵਿਦਾ ਕਰੋ ਤੇ ਫਿਰ ਆਖੇ ਜੀ ਮੀਂਹ ਪੈ ਜਾਏਗਾ। ਤਪਾ ਕਹਿੰਦਾ ਹਾਂ ਮੈਂ ਮੀਂਹ ਪਵਾਵਾਂਗਾ। ਫਿਰ ਹੁਣ ਜ਼ਿੰਮੇਵਾਰੀ ਲੈ ਲਈ ਤੇ ਖਡੂਰ ਸਾਹਿਬ ਦੇ ਜਿਹੜੇ ਜੱਟ ਸੀ ਖਾਰੇ, ਉਹ ਮਹਾਰਾਜ ਕੋਲ ਆ ਗਏ ਇਕੱਠੇ ਹੋ ਕੇ। ਕਹਿਣ ਲੱਗੇ ਕਿ ਮਹਾਰਾਜ ਤੁਹਾਡੇ ਇੱਥੇ ਰਹਿਣ ਨਾਲ ਸਾਡਾ ਬੜਾ ਨੁਕਸਾਨ ਹੈ। ਮਹਾਰਾਜ ਮੀਂਹ ਨਹੀਂ ਪੈਂਦਾ। ਸਤਿਗੁਰੂ ਜੀ ਇੰਨੇ ਨਿਰਵੈਰ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਹਜੂਰ ਕਹਿੰਦੇ ਬਈ ਚੰਗਾ ਜੇ ਸਾਡੇ ਜਾਇਆ ਭਲਾ ਹੁੰਦਾ ਏ ਤੇ ਅਸੀਂ ਚਲੇ ਜਾਂਦੇ ਹਾਂ। ਬਾਬਾ ਬੁੱਢਾ ਸਾਹਿਬ ਜੀ ਦਾ ਮਨ ਬੜਾ ਖਫੇ ਹੋਇਆ ਕਿ ਇਹ ਖਡੂਰ ਸਾਹਿਬ ਦੇ ਜੀਆਂ ਨੇ ਚੰਗੀ ਗੱਲ ਨਹੀਂ ਕੀਤੀ। ਬਾਬਾ ਬੁੱਢਾ ਸਾਹਿਬ ਜੀ ਕੁਝ ਉਹਨਾਂ ਨੂੰ ਗੁੱਸੇ ਵਿੱਚ ਕਹਿਣ ਲੱਗੇ, ਪਰ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਦਾ ਰੁਖ ਵੇਖ ਕੇ ਭਾਣੇ 'ਚ ਰਹੇ ਕਿ ਸਤਿਗੁਰੂ ਨਾਰਾਜ਼ ਹੋਣਗੇ। ਤੇ ਬਾਬਾ ਬੁੱਢਾ ਸਾਹਿਬ ਜੀ ਵੀ ਜਿਵੇਂ ਗੁਰੂ ਸਾਹਿਬ ਜੀ ਨੇ ਉਸੇ ਵੇਲੇ ਆਗਿਆ ਕੀਤੀ ਕਿ ਭਾਈ ਤਿਆਰਾ ਕਰੋ, ਸਾਡੇ ਇੱਥੇ ਰਿਹਾ ਇਹਨਾਂ ਦਾ ਨੁਕਸਾਨ ਹੈ, ਜੇ ਸਾਡੇ ਜਾਇਆ ਭਲਾ ਹੁੰਦਾ ਤੇ ਅਸੀਂ ਚਲੇ ਜਾਂਦੇ ਹਾਂ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਉਸੇ ਸਮੇਂ ਹੀ ਤਿਆਰਾ ਕਰਕੇ ਮਹਾਰਾਜ ਖਡੂਰ ਸਾਹਿਬ ਤੋਂ ਸੱਚੇ ਪਾਤਸ਼ਾਹ ਜੀ ਜਿੱਥੇ ਛਾਪਰੀ ਸਾਹਿਬ ਹੈ ਇੱਥੇ ਮਹਾਰਾਜ ਚਿੜੀ ਸੀਗੀ ਤੇ ਜੰਗਲ 'ਚ ਮਹਾਰਾਜ ਨੇ ਮੰਗਲ ਲਾਤਾ ਜਾ ਕੇ ਸੱਚੇ ਪਾਤਸ਼ਾਹ ਜੀ ਨੇ। ਜਦੋਂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੇਵਾ ਕਰਦੇ ਸੀ ਉਦੋਂ ਤੇ ਕਿਸੇ ਕਾਰਜ ਵਾਸਤੇ ਬਾਹਰ ਗਏ ਸੀ। ਜਦੋਂ ਵਾਪਸ ਆਏ ਗੁਰੂਦੇਵ ਨੂੰ ਅਸਥਾਨ ਤੇ ਨਹੀਂ ਵੇਖਿਆ। ਪੁੱਛਿਆ ਖਡੂਰ ਸਾਹਿਬ ਦੇ ਜੀਆਂ ਨੂੰ ਕਿ ਮਹਾਰਾਜ ਕਿੱਥੇ ਚਲੇ ਗਏ ਸਤਿਗੁਰੂ ਜੀ? ਫਿਰ ਦੱਸਿਆ ਉਹਨਾਂ ਕਿ ਭਾਈ ਮਹਾਰਾਜ ਸਾਹਿਬ ਜੀ ਨੂੰ ਤਾਂ ਤਪੇ ਨੇ ਈਰਖਾ ਕਰਕੇ ਕਢਾਤਾ ਏ ਤੇ ਇਹ ਕਹਿੰਦਾ ਹੈ ਕਿ ਗੁਰੂ ਸਾਹਿਬ ਗ੍ਰਸਤੀ ਇੱਥੇ ਰਹਿੰਦੇ ਹੈ ਤਾਂ ਨਹੀਂ ਮੀਂਹ ਪੈਂਦਾ। ਤੇ ਇਹ ਖਾਰੇ ਜੱਟਾਂ ਨੇ ਮਹਾਰਾਜ ਗੁਰੂ ਅੰਗਦ ਸਾਹਿਬ ਨੂੰ ਹੀ ਵਿਦਾ ਕਰ ਦਿੱਤਾ ਇੱਥੋਂ। ਗੁਰੂ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨੂੰ ਹੁਣ ਸੇਵਾ ਕਰਦੇ ਆ ਗੁਰੂਦੇਵ ਜੀ ਦੇ ਚਰਨਾਂ ਦੀ। ਸਿੱਖ ਨੂੰ ਗੁਰੂ ਸਾਹਿਬ ਦਾ ਨਰਾਦਰ ਨਹੀਂ ਸਿਆ ਜਾਂਦਾ। ਮਹਾਰਾਜ ਨੂੰ ਖੋਬ ਆਇਆ ਫਿਰ ਕਿ ਬਈ ਇਹਨਾਂ ਸਮਝ ਹੀ ਨਹੀਂ ਕੀਤੀ ਕਿੱਥੇ ਇਹ ਤਪਾ ਤੇ ਕਿੱਥੇ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਹਜੂਰ ਦਾ ਨਰਾਦਰ ਕੀਤਾ ਇਹਨਾਂ ਨੇ। ਫਿਰ ਸੱਥ 'ਚ ਬੈਠੇ ਜਿਹੜੇ ਜੱਟ ਸੀ ਉਹ ਬੜਾ ਤਪੇ ਨੂੰ ਵੀ ਕਹਿ ਹਟੇ ਕਿ ਮਹਾਰਾਜ ਮੀਂਹ ਪਾਓ। ਉਹ ਅੰਦਰੋਂ ਹੀ ਨਾ ਨਿਕਲੇ ਫਿਰ ਤੇ ਬੜੇ ਚਿੰਤਤ ਬੈਠੇ ਸਾਰੇ। ਗੁਰੂ ਸਾਹਿਬ ਉੱਥੇ ਚਲੇ ਗਏ। ਮਹਾਰਾਜ ਕਹਿੰਦੇ ਭਾਈ ਕਿਉਂ ਤੁਸੀਂ ਗੁਰੂ ਅੰਗਦ ਸਾਹਿਬ ਜੀ ਦਾ ਨਰਾਦਰ ਕੀਤਾ ਹੈ? ਕਹਿਣ ਲੱਗੇ ਮਹਾਰਾਜ ਵੇਖੋ ਇੱਥੇ ਸਾਡੇ ਮੀਂਹ ਨਹੀਂ ਪੈਂਦਾ। ਹਜੂਰ ਕਹਿੰਦੇ ਹੁਣ ਪੈ ਗਿਆ? ਕਹਿੰਦੇ ਨਹੀਂ ਜੀ ਉਹ ਤਪਾ ਤਾਂ ਅੰਦਰੋਂ ਨਹੀਂ ਨਿਕਲਦਾ। ਮਹਾਰਾਜ ਕਹਿੰਦੇ ਭਾਈ ਮੀਂਹ ਤਾਂ ਗੁਰੂ ਸਾਹਿਬ ਦੇ ਅਸੀਂ ਸਿੱਖ ਹਾਂ, ਅਸੀਂ ਪਵਾ ਦਿੰਦੇ ਹਾਂ, ਤੁਸੀਂ ਗੁਰੂ ਸਾਹਿਬ ਦੀ ਕੀ ਬਾਤ ਕਰਦੇ ਹੋ?
कहन लगे महाराज पवाओ, साडा तां बड़ा बुरा हाल है। महाराज फिर उस तपे नूं सजा देण वास्ते ना मींह तां भावें सतगुरु जी उवें पवा दिंदे गुरु अमरदास साहब जी महाराज। ते महाराज फिर आख्या कि भाई ये दुखी नूं सजा मिलनी चाहिदी है। सतगुरु जी कहंदे भाई इउं है, जिस जिस खेत विच तपा जाएगा ना उत्थे ही मींह पऊगा। ते नाल ही महाराज आखता कि ये खेड सूरज छिपण तक ही वरतनी है। तो वो जेड़े साध संगत जी जट गुरु साहब जी नूं कह सकते हैं कि इत्थों महाराज चले जाओ, तो तपा उन्हां दे अगे की चीज है। वो पहला तो महाराज आख्या बई तपे नूं कहो पावे मींह, नहीं तो असीं पाउने। फिर वो तपा कहंदा मैं मींह पाउणा, पढ़दा जंतर मंतर। पर फिर जदों फिर जटां ने खिच के कढ़ लिया बाहर फिर अंदरों, तो महाराज आख्या बई ये जिथे जाए उत्थे मींह पवेगा, तो शाम तक ही ये खेल वरतनी है। वो फिर जिहड़े ताकतवर सी जादे वो कहण साडे खेतां च पहलों जावे। वो तपा खिचदा ही मारिया गया। फिर जदों ਉਹਦੇ फिर अंग ही खिच खिच के लै गए, जिथे जिथे ਉਹਦੇ अंग भी गए उत्थे उत्थे भी जदों तपे नूं दो धौला मार के बाहर कढ़े, उदों ही बदल चढ़ आए आकाश च, कालियां घटावां छा गईयां। फिर जिधर जिधर खिंचिया उधर उधर ही बहुत बरखा पई, बहुत ज्यादा मींह पिया, खिची दा मारिया गया तपा। जदों ये तपे दी हालत होई ते गुरु अमरदास साहब जी महाराज कोल फिर खडूर साहब दे सारे कहण लगे वासी महाराज साथों तो बड़ी भुल हो गई, असीं तां गुरु अंगद साहब जी महाराज जी नूं ये बड़े फिक्के बोल कह दिते है, महाराज सानू माफ़ी दवाओ। सतगुरु जी कहंदे भाई गुरु साहब तां बख्शिंदा है, ते चलो महाराज दी शरण विच चलीए। ये महाराज फिर खडूर साहब दे वासियां नूं लै के गुरु अमरदास साहब जी महाराज इत्थे साध संगत जी छापरी साहब आए। जदों आके महाराज मत्था टेकिया ना, ते गुरु अंगद साहब जी महाराज कंड फेर ली सच्चे पातशाह ने। दूसरे पासे हो के मत्था टेकिया महाराज फिर कंड फेर ली। जदों तीसरे पासे महाराज साहब जी ने मत्था टेकिया तो फिर कंड फेरी ना, ते महाराज फिर बराग करन लग गए। सतगुरु गुरु अमरदास साहब जी हथ जोड़ के आख्या महाराज साडी भुल माफ करो, महाराज सानू चरनी लाओ। सतगुरु जी ने कहा कि भाई वो तुसी शक्ति क्यों प्रगट कीती है। गरीब नवाज सच्चे पातशाह जी महाराज जदों ये शब्द आखे कि आपे वो परमेश्वर की दरगाह विच तपा सजा पाउंदा, तुसी क्यों शक्ति प्रगट कीती है। ते फिर बाबा बुढ़ा साहब जी ने अगे हो के आख्या महाराज किरपा करो सच्चे पातशाह जी, ये तो गुस्सा मैनू भी लगा सी, पर महाराज मैं तो आपदी रजा विच कुछ बोले नहीं। असी महाराज ने जो कीता है भला ही कीता है, हजूर चरनी ला लो, सच्चे पातशाह माफ कर दिओ। ते बाबा बुढ़ा साहब जी दे फिर बेनती करन तो गुरु अंगद साहब जी महाराज मुख लाया सीगा सच्चे पातशाह ने। ते वो खडूर साहब दे वासी महाराज जी नूं कहण लगे सच्चे पातशाह साथों भुल होई है, महाराज किरपा करो हुण महाराज चलो खडूर साहब वापस। जदों महाराज नूं ये बेनती कीती सतगुरु जी हस के कहंदे बई हुण मींह पै गया तुहाडे, असीं इत्थे ही खुश वां, तुसीं आनंद लओ। क्या नहीं महाराज साडी भुल बख्श दिओ सच्चे पातशाह, किरपा करो महाराज हुण तुसीं खडूर साहब चलो। इउं सतगुरु गरीब नवाज फिर उन्हां दे बेनती करन तो जदों त्यारा कीता ते तपे दी जिहड़ी ये हालत होई ना, खिची दा मारिया गया। ये खडूर साहब दे फिर सिखां ने महाराज नूं पुछया कि महाराज ये जिहड़ी तपे दी हालत हुई है, ये महाराज साथों किते कोई गलती हुई है। तो महाराज सच्चे पातशाह जी फिर ये सिखां दे पुछण तो महाराज ने ये साध संगत जी उस समय शब्द हजूर ने उचारण कीता है। तो गुरु अंगद साहब जी महाराज आप दे श्री मुख तो फरमाउंदे हन, मंत्री होए अठूहिया। महाराज कहंदे ना भाई परमेश्वर दी रजा ही है। ये सतगुरु जी हुण कहंदे आ मंत्री होए अठूहिया। साध संगत जी जिहड़े मंत्र पढ़दे आ ना, उन्हां दा नाम मादरी हुंदा है। मंत्र पढ़न वाले नूं मादरी कहा जांदा। जिहड़े भूतां प्रेतां दे भी मंत्र पढ़ पढ़ के मंत्र दे के जिहड़े कढ़दे आ ना, भूतां नूं पाउंदे आ जां कढ़दे आ, वो मंत्रां दे पढ़न वाले नूं मादरी कहा जांदा है।
ਮਹਾਰਾਜ ਕਹਿੰਦੇ ਆ ਕਿ ਸਿੱਖੇ ਹੋਣ ਕਿਸੇ ਨੇ ਭਾਈ ਠੂਹਿਆਂ ਦੇ ਜਿਹੜੇ ਆ ਡੰਗ ਝਾੜਨ ਵਾਲੇ ਮੰਤਰ, ਇਹ ਵਾਲੇ ਮਹਾਰਾਜ ਕਹਿੰਦੇ ਮੰਤਰੀ ਹੋਏ ਅਠੂਹਿਆਂ, ਹੋਵੇ ਤੇ ਠੂਹਿਆਂ ਦੇ ਡੰਗ ਝਾੜਨ ਵਾਲਾ ਮੰਤਰੀ, ਮੰਤਰ ਪੜਨ ਵਾਲਾ ਮਾਦਰੀ। ਨਾਗੀ ਲੱਗੈ ਜਾਏ, ਤੇ ਹੱਥ ਪਾ ਲੈ ਜਾ ਕੇ ਨਾਗਾਂ ਨੂੰ, ਜਿਹੜੇ ਜ਼ਰੀਲੇ ਨਾਗ ਵੈ ਉਹਨਾਂ ਨੂੰ ਹੱਥ ਪਾਉਣ ਲੱਗ ਜਾਵੇ। ਆਪਣ ਹੱਥੀ ਆਪਣੈ, ਫਿਰ ਪੜੋ। ਆਪਣ ਹੱਥੀ ਆਪਣੈ, ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ ਆਪਣ ਹੱਥੀ ਆਪਣੈ, ਆਪਣੇ ਹੱਥੀਂ ਉਹ ਆਪ ਹੀ ਕੀ ਕਰਦਾ ਹੈ। ਦੇ ਕੂਚਾ ਆਪੇ ਲਾਏ, ਕੂਚਾ ਕਹਿੰਦੇ ਆ ਚਵਾਤੀ ਨੂੰ, ਜਿਹੜੀ ਬਲਦੀ ਲੱਕੜ ਨਹੀਂ ਹੁੰਦੀ ਉਹਨੂੰ ਚਵਾਤੀ ਕਿਹਾ ਜਾਂਦਾ, ਮੁਆਤਾ ਵੀ ਕਹਿੰਦੇ ਆ। ਮਹਾਰਾਜ ਕਹਿੰਦੇ ਦੇ ਕੂਚਾ ਆਪੇ ਲਾਏ, ਉਹ ਆਪ ਹੀ ਆਪਣੇ ਥੱਲੇ ਚਵਾਤੀ ਲਾ ਲੈਂਦਾ, ਆਪ ਦਾ ਨੁਕਸਾਨ ਆਪ ਹੀ ਕਰਾ ਲੈਂਦਾ ਹੈ। ਇਸੇ ਪ੍ਰਕਾਰ ਹੀ ਮੰਤਰੀ ਹੋਏ ਅਠੂਹਿਆਂ, ਸਾਧ ਸੰਗਤ ਜੀ ਠੂਹਿਆਂ ਦੇ ਡੰਗ ਝਾੜਨ ਦਾ ਮੰਤਰੀ ਸੀ ਉਹ ਤਪਾ। ਉਹ ਕਿਸੇ ਦਾ ਹੱਥ ਹੌਲਾ ਕਰਤਾ, ਕਿਸੇ ਨੇ ਕਿਹਾ ਮਹਾਰਾਜ ਮੇਰੀ ਮੱਝ ਦੁੱਧ ਨਹੀਂ ਦਿੰਦੀ, ਉਹਦਾ ਫਾਂਡਾ ਕਰਤਾ, ਕਿਸੇ ਦਾ ਤਾਪ ਲਾਤਾ, ਕਿਸੇ ਨੂੰ ਪਾਣੀ ਕਰਕੇ ਦੇਤਾ। ਇਉਂ ਸਾਧ ਸੰਗਤ ਜੀ ਇਹ ਨਾ ਠੂਹਿਆਂ ਦੇ ਡੰਗ ਝਾੜਨ ਵਾਲਾ ਮੰਤਰੀ ਸੀਗਾ, ਥੋੜੀ ਬਹੁਤੀ ਕਰਾਮਾਤ ਸ਼ਕਤੀ ਰੱਖਦਾ ਸੀਗਾ ਇਹ ਤਪਾ। ਨਾਗੀ ਲੱਗੈ ਜਾਏ, ਤੇ ਨਾਗਾਂ ਦੀ ਨਿਆਈ ਹੈ ਗੁਰੂ ਘਰ, ਇਹਨੇ ਗੁਰੂ ਕਿਆਂ ਨੂੰ ਹੱਥ ਪਾ ਲਿਆ ਜਾ ਕੇ, ਵੀ ਸ਼ਕਤੀ ਤਾਂ ਥੋੜੀ ਸੀ ਕਰਾਮਾਤ ਦੀ। ਤੇ ਇੱਥੇ ਹੁਣ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਘਰ ਨੂੰ ਨਾਗਾਂ ਵਾਲਾ ਸ਼ਬਦ ਕਿਉਂ ਕਿਹਾ? ਜਿਵੇਂ ਕੋਈ ਕਹਿੰਦੇ ਆ ਜੀ ਸੰਤ ਜਿਹੜੇ ਆ ਉਹ ਨਾਗਾਂ ਵਰਗੇ ਹੁੰਦੇ ਆ, ਕੋਈ ਕਹਿੰਦਾ ਜੀ ਚੰਦਨ ਵਰਗੇ ਹੁੰਦੇ ਆ। ਭਗਤ ਰਵਿਦਾਸ ਜੀ ਨੂੰ ਕਿਸੇ ਪੁੱਛਿਆ ਜੀ ਤੁਸੀਂ ਦੱਸੋ ਕਿ ਸੰਤ ਕਿਹੇ ਜਿਹੇ ਹੁੰਦੇ ਆ? ਰਵਿਦਾਸ ਜੀ ਕਹਿੰਦੇ ਆ ਕਿ ਰਵਿਦਾਸ ਭਣੈ ਜੋ ਜਾਣੈ ਸੋ ਜਾਣ, ਸੰਤ ਅਨੰਤ ਹੈ ਅੰਤਰ ਨਾਹੀ। ਕਬੀਰ ਪਾਸੋਂ ਭਗਤ ਰਵਿਦਾਸ ਜੀ ਕਹਿੰਦੇ ਕਿ ਭਾਈ ਜੋ ਕਿਸੇ ਸਮਝਣਾ ਉਹ ਪਤਾ ਨਹੀਂ ਕੀ ਸਮਝਦੇ ਆ, ਪਰ ਅਸੀਂ ਤਾਂ ਇਹ ਜਾਣਿਆ ਕਿ ਪਰਮੇਸ਼ਰ ਵਿੱਚ ਤੇ ਸੰਤ ਵਿੱਚ ਫਰਕ ਨਹੀਂ ਹੁੰਦਾ ਹੈ, ਵਾਹਿਗੁਰੂ ਵਿੱਚ ਕੋਈ ਫਰਕ ਨਹੀਂ ਹੁੰਦਾ ਹੈ। ਸਾਧ ਸੰਗਤ ਜੀ ਜੇ ਇਹ ਸ਼ਬਦ ਵੇਖੀਏ ਨਾ ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਵੀ ਆਖੇ ਫਿਰ ਸਤਿਗੁਰਾਂ ਜੀ ਨੇ ਨਰੰਗੇ ਨੂੰ ਜਫਰਨਾਮੇ ਦੇ ਵਿੱਚ ਕਿ ਐ ਨਰੰਗਿਆ ਤੂੰ ਮੇਰੇ 4 ਬੱਚੇ ਸ਼ਹੀਦ ਕਰਕੇ ਸੋਚਦਾ ਕਿ ਤੂੰ ਮੇਰਾ ਪਰਿਵਾਰ ਖਤਮ ਕਰ ਲਿਆ। ਮੇਰਾ ਕੁੰਡਲੀਆ ਨਾਗ ਜਿਹੜਾ ਖਾਲਸਾ ਪੁੱਤਰ ਹੈ ਨਾ, ਇਹ ਕੁੰਡਲੀਆ ਨਾਗ ਸੱਪ ਅਜੇ ਜਿਉਂਦਾ ਹੈ। ਇਹ ਮਹਾਰਾਜ ਸਾਹਿਬ ਜੀ ਨੇ ਫਿਰ ਇਹ ਵੀ ਹਵਾਲਾ ਦਿੰਦੇ ਆ ਕਿ ਜਿਹੜਾ ਉਹ ਸੀਗਾ ਝੂਠਾ ਆਨੰਦ, ਉਹਨੇ ਕਿਹਾ ਸੀ ਨਾ ਕਿ ਕਚਹਿਰੀ ਵਿੱਚ ਸੱਪ ਦੇ ਬੱਚੇ ਸੱਪ ਹੁੰਦੇ, ਇਹਨਾਂ ਨੂੰ ਕੁਚਲ ਦੇਣਾ ਚਾਹੀਦਾ ਹੈ। ਤੇ ਇਉਂ ਇਹ ਵੀ ਸਤਿਗੁਰਾਂ ਜੀ ਨੇ ਬਚਨ ਕਹੇ ਆ ਭਾਈ ਇਹ ਗੁਰੂ ਘਰ ਹੈ ਤਾਂ ਸ਼ੀਸ਼ੇ ਦੀ ਨਿਆਈ ਹੈ। ਜਿਹੋ ਜੀ ਕੋਈ ਭਾਵਨਾ ਕਰਕੇ ਹੱਥ ਪਾ ਲੈਂਦਾ ਨਾ ਤੇ ਫਿਰ ਇਹ ਨਾਗਾਂ ਵਰਗੇ ਵੀ ਬਣ ਜਾਂਦੇ ਆ ਜੇ ਕੋਈ ਬੁਰੀ ਭਾਵਨਾ ਨਾਲ ਹੱਥ ਪਾ ਲੇ, ਨਹੀਂ ਤਾਂ ਸੰਤ ਚੰਦਨ ਵਰਗੇ ਹੀ ਹੁੰਦੇ ਆ, ਖੁਸ਼ਬੂ ਹੀ ਦਿੰਦੇ ਆ। ਗੁਰੂ ਘਰ ਸਦਾ ਮਹਿਕਾਂ ਹੀ ਵੰਡਦਾ ਹੈ, ਪਰ ਜੇ ਕੋਈ ਹੱਥ ਪਾ ਲੇ ਨਾ ਜਿਹੜਾ ਹੈ ਬੁਰੀ ਭਾਵਨਾ ਨਾਲ, ਜਿਵੇਂ ਨਰੰਗੇ ਨੇ ਪਾਇਆ ਸੀਗਾ ਤੇ ਕਿੱਧਰ ਗਿਆ ਉਹਨਾਂ ਦਾ ਰਾਜ। ਮਹਾਰਾਜ ਜੀ ਨੇ ਤੀਰ ਨਾਲ ਕਾਹੀ ਦਾ ਬੂਟਾ ਪੁੱਟ ਕੇ ਜੜਾਂ ਹੀ ਪਿੱਟ ਛੱਡੀਆਂ। ਮਹਾਰਾਜ ਕਹਿੰਦੇ ਭਾਈ ਮੁਗਲ ਰਾਜ ਦੀਆਂ ਜੜਾਂ ਹੀ ਪੁੱਟੀਆਂ ਗਈਆਂ। ਉਹ ਆਪਦੇ ਥੱਲੇ ਚਵਾਤੀ ਆਪ ਹੀ ਲਾ ਗਿਆ ਨਰੰਗਾ, ਆਪਦਾ ਨੁਕਸਾਨ ਉਸ ਆਪ ਹੀ ਕਰਾ ਲਿਆ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਹ ਥੋੜੀ ਬਹੁਤੀ ਕਰਾਮਾਤ ਜਾਣਦਾ ਸੀਗਾ, ਮੰਤਰ ਜੰਤਰ ਕਰਨੇ ਜਾਣਦਾ ਸੀਗਾ ਤਪਾ, ਤੇ ਉਹਨੇ ਗੁਰੂ ਕਿਆਂ ਨੂੰ ਜਿਹੜਾ ਹੱਥ ਪਾ ਲਿਆ, ਜਿਹੜੇ ਨਾਗਾਂ ਦੀ ਤਰ੍ਹਾਂ। ਹੁਣ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੂੰ ਜਿਹੜਾ ਸੀ ਉਹ ਖੋਹ ਬਾਉਣਾ ਹੀ ਸੀਗਾ। ਜਦੋਂ ਗੁਰੂ ਸਾਹਿਬ ਦਾ ਨਰਾਦਰ ਸੁਣਿਆ ਤੇ ਮਹਾਰਾਜ ਕਹਿੰਦੇ ਭਾਈ ਉਹਨੇ ਨਾ ਇਹ ਨਾਗਾਂ ਨੂੰ ਹੱਥ ਪਾਉਣਾ ਕੀਤਾ ਜਿਹੜਾ ਗੁਰੂ ਘਰ ਤੇ ਵਾਅਦਾ ਕਰ ਦਿੱਤਾ। ਆਪਣ ਹੱਥੀ ਆਪਣੇ, ਉਹਨੇ ਆਪਣੇ ਹੱਥੀਂ ਆਪ ਹੀ ਦੇ ਕੂਚਾ ਆਪੇ ਲਾ। ਇਹ ਕੂਚਾ ਚਵਾਤੀ ਜਿਹੜੀ ਸੀ ਨਾ ਆਪਣੇ ਥੱਲੇ ਆਪ ਹੀ ਲਾ ਲਈ, ਜੋ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਸਰਾਪ ਦੇ ਕੇ ਉਹਨੂੰ ਭਸਮ ਹੀ ਕਰਾਤਾ। ਫਿਰ ਇਹ ਖਡੂਰ ਸਾਹਿਬ ਦੇ ਜੱਟਾਂ ਦੇ ਕੋਲੋਂ ਚਾਹੁੰਦਾ ਤੇ ਉਹ ਗੁਰੂ ਅੰਗਦ ਸਾਹਿਬ ਦਾ ਨੁਕਸਾਨ ਕਰਨਾ ਸੀ। ਇਹਨੇ ਆਪ ਹੀ ਬਿਪਤਾ ਸਹਾੜੀ ਨੇ। ਮਹਾਰਾਜ ਨਾਲ ਤਾਂ ਕੁਝ ਵੀ ਆਖਿਆ ਨਹੀਂ, ਗੁਰੂ ਅੰਗਦ ਸਾਹਿਬ ਤਾਂ ਆਪਦੀ ਮੌਤ 'ਚ ਰਹਿ ਰਹੇ ਸੀਗੇ, ਤੇ ਉਹਨੇ ਆਪਦੇ ਜੀ 'ਚ ਕੀ ਹੈ ਕਿ ਮਹਾਰਾਜ ਨੂੰ ਇੱਥੋਂ ਕੱਢ ਦਿਆਂਗਾ ਤੇ ਮੇਰੀ ਪ੍ਰਭਤਾ ਬੜੀ ਹੋਵੇਗੀ। ਤੇ ਇਹ ਜਾਣ ਕਰਕੇ ਉਹਨੇ ਸਤਿਗੁਰਾਂ ਜੀ ਦਾ ਨਰਾਦਰ ਕੀਤਾ
ਪਰ ਸਾਧ ਸੰਗਤ ਜੀ ਉਹਦਾ ਆਪਣਾ ਕੀਤਾ ਹੀ ਜਿਹੜਾ ਨਾ ਉਹਦੇ ਉਲਟ ਪੈ ਗਿਆ। ਮਹਾਰਾਜ ਜੀ ਨੇ ਇਸ ਤਵੇ ਦੇ ਪ੍ਰਥਾਏ ਜਿਹੜਾ ਹੈ ਉਹ ਸਤਿਗੁਰਾਂ ਜੀ ਨੇ ਸ਼ਬਦ ਕਿਹਾ ਹੈ ਬਾਣੀ ਦੇ ਅੰਦਰ ਕਿ ਇਹ ਜਿਹੜਾ ਤਵਾ ਸੀ ਪਖੰਡੀ ਸੀਗਾ, ਇਹ ਤਪਾ ਨ ਹੋਵੀ ਬਗੁਲਾ ਹੈ ਬੈ ਸਾਧ ਜਨਾ ਵਿਚਾਰਿਆ। ਸਾਧੂ ਜਨਾਂ ਨੇ, ਪੰਚਾਂ ਜਨਾਂ ਨੇ ਜਦੋਂ ਵਿਚਾਰ ਕੀਤੀ ਤੇ ਉਹਨਾਂ ਕਿਹਾ ਕਿ ਭਈ ਇਹ ਤਾਂ ਪਖੰਡੀ ਹੈ, ਅਸੀਂ ਇਹਨੂੰ ਸੱਚਾ ਸਮਝੀ ਬੈਠੇ ਸੀ, ਇਹ ਤਾਂ ਭਈ ਇਹਨੇ ਗੁਰੂ ਸਾਹਿਬ ਨਾਲ ਈਰਖਾ ਕੀਤੀ ਹੈ, ਨਰਾਦਰ ਕੀਤਾ ਹੈ। ਤੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਫਿਰ ਉਹਦਾ ਇਹੋ ਜਿਹਾ ਹਾਲ ਕਰਾਇਆ, ਇਹ ਆਪਣੇ ਥੱਲੇ ਉਹਨੇ ਆਪ ਹੀ ਆਪਣੀ ਬਰਬਾਦੀ ਦੀ ਚੁਆਤੀ ਲਾ ਲਈ। ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੂੰ ਹੱਥ ਪਾ ਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਆਪ ਦਾ ਨੁਕਸਾਨ ਇਹ ਤਪਾ ਆਪ ਹੀ ਕਰਾ ਬੈਠਾ। ਹੁਕਮ ਪਿਆ ਤੁਰ ਖਸਮ ਕਾ। ਇਹ ਤੁਰੋਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਖਸਮ ਦਾ ਹੁਕਮ ਹੋਇਆ, ਅਕਾਲ ਪੁਰਖ ਵਾਹਿਗੁਰੂ ਦਾ। ਜਦੋਂ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਨਾ, ਜਦੋਂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੂੰ ਸਤਿਗੁਰਾਂ 3 ਵਾਰੀ ਕੰਡ ਫੇਰ ਦਿੱਤੀ ਤੇ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਅੱਗੇ ਹੋ ਕਰਕੇ ਕਿਹਾ ਮਹਾਰਾਜ ਇਹ ਕੋਈ ਅਣਹੋਈ ਹੋਈ ਹੈ, ਮਤਲਬ ਠੀਕ ਨਹੀਂ ਹੋਈ ਇਹ ਗੱਲ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਇਹ ਵਾਕ ਕਹੇ ਪੜੋ, ਹੁਕਮ ਪਿਆ ਤੁਰ ਖਸਮ ਕਾ। ਮਹਾਰਾਜ ਕਹਿੰਦੇ ਤੁਰੋਂ ਹੀ ਖਸਮ ਦਾ ਹੁਕਮ ਹੋਇਆ ਬਾਬਾ ਬੁੱਢਾ ਸਾਹਿਬ ਜੀ ਇਹ ਤਾਂ। ਤੇ ਫਿਰ ਮਹਾਰਾਜ ਨੂੰ ਆਖਿਆ ਬਾਬਾ ਬੁੱਢਾ ਸਾਹਿਬ ਨੇ ਕਿ ਮਹਾਰਾਜ ਫਿਰ ਸੇਵਕ ਨੂੰ ਬਖਸ਼ ਲਓ ਆਪ, ਕਿਉਂ ਮਹਾਰਾਜ ਬਾਬਾ ਅਮਰਦਾਸ ਸਾਹਿਬ ਤੇ ਨਾਰਾਜ਼ ਕਿਉਂ ਹੋ। ਇਹ ਫਿਰ ਗੁਰੂ ਮਹਾਰਾਜ ਦੇ ਅੱਗੇ ਬੇਨਤੀ ਕਰਕੇ ਨਾ ਤੇ ਬਾਬਾ ਬੁੱਢਾ ਸਾਹਿਬ ਨੇ ਬਖਸ਼ਵਾਇਆ। ਕਿਹਾ ਕਿ ਗੁਰੂ ਅੰਗਦ ਸਾਹਿਬ ਉਦੋਂ ਫਿਰ ਕਿਹਾ ਕਿ ਭਾਈ ਪੁਰਖਾ ਜਿਹੜੀ ਤੁਹਾਡੇ ਵਿੱਚ ਇੰਨੀ ਸ਼ਕਤੀ ਹੋ ਗਈ ਹੈ ਇਹਨੂੰ ਤੁਸੀਂ ਲੁਕਾ ਕੇ ਕਿਉਂ ਨਹੀਂ ਰੱਖਦੇ। ਤੇ ਗੁਰੂ ਮਹਾਰਾਜ ਨੇ ਫਿਰ ਹੱਥ ਜੋੜ ਕੇ ਕਿਹਾ ਮਹਾਰਾਜ ਸਾਨੂੰ ਮਾਫ ਕਰੋ। ਇਹ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਸ਼ਕਤੀ ਸੀ ਨਾ ਸਾਰੀ ਗੁਰੂ ਅੰਗਦ ਸਾਹਿਬ ਜੀ ਨੇ ਐਂ ਗੁਪਤ ਰੱਖੀ ਜਿਵੇਂ ਆਕਾਸ਼ ਮੁੱਠੀ ਵਿੱਚ ਪਕੜ ਕੇ ਰੱਖੀਦਾ ਹੈ। ਮਹਾਰਾਜ ਸਾਹਿਬ ਨੇ ਐਡੀ ਔਕੜ ਦਾ ਵਿਪਤਾ ਦਾ ਸਮਾਂ ਪੈਣ ਤੇ ਵੀ ਮਹਾਰਾਜ ਸ਼ਕਤੀ ਨਹੀਂ ਪ੍ਰਗਟ ਕੀਤੀ। ਪਰ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦਾ ਸੁਭਾਅ ਇੰਨਾ ਦਿਆਲੂ ਸੀ, ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਦੁਖੀ ਵੇਖਦੇ ਉਦੋਂ ਹੀ ਮਹਾਰਾਜ ਸਾਹਿਬ ਜੀ ਉਹਦੀ ਕਲਿਆਣ ਕਰਦੇ। ਇਹ ਤਾਂ ਸਾਧ ਸੰਗਤ ਜੀ ਜੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸਾਡੇ ਤੇ ਦਇਆ ਨਾ ਕਰਦੇ ਸਾਡੇ ਗਰੀਬਾਂ ਦਾ ਭਲਾ ਕਿਵੇਂ ਹੋਣਾ ਸੀ। ਸੱਚੇ ਪਾਤਸ਼ਾਹ ਤਾਂ ਏਡੇ ਦਿਆਲੂ, 4 ਪੈਰ ਦਾ ਮਰਿਆ ਪੁੱਤਰ ਜਿਹੜਾ ਸੀ ਬਿਰਧ ਮਾਤਾ ਦਾ ਮਹਾਰਾਜ ਨੇ ਆਪ ਦਾ ਅੰਗੂਠਾ ਲਾ ਕੇ ਗੋਇੰਦਵਾਲ ਸਾਹਿਬ ਮਹਾਰਾਜ ਨੇ ਮੂੰਹ ਚ ਛੁਆ ਕੇ ਜਿੰਦਾ ਕਰ ਦਿੱਤਾ ਸੀ ਸੱਚੇ ਪਾਤਸ਼ਾਹ ਜੀ ਨੇ। ਐਡੇ ਦਇਆ ਦੇ ਘਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ। ਇਹ ਫਿਰ ਬਾਬਾ ਬੁੱਢਾ ਸਾਹਿਬ ਦੇ ਬੇਨਤੀ ਕਰਨ ਤੋਂ ਕਿ ਮਹਾਰਾਜ ਇਹ ਅਣਹੋਈ ਗੱਲ ਹੋਈ ਹੈ। ਮਹਾਰਾਜ ਕਹਿੰਦੇ ਨਹੀਂ ਹੁਕਮ ਹੀ ਹੋਇਆ ਖਸਮ ਦਾ ਮਾਲਕ ਦਾ, ਪਰਮੇਸ਼ਰ ਦੀ ਆਗਿਆ ਹੋਈ ਆ। ਅਤੀ ਹੂੰ ਧੱਕਾ ਖਾਏ। ਜਿਹੜਾ ਮਹਾਰਾਜ ਕਹਿੰਦੇ ਅੱਤ ਚੁੱਕਦਾ ਨਾ, ਅਤੀ ਅੱਤ ਚੁੱਕਦਾ ਹੈ ਉਹ ਧੱਕੇ ਹੀ ਖਾਂਦਾ ਹੈ। ਧੱਕੇ ਹੀ ਖਾਦੇ ਨਾ, ਧੱਕੇ ਮਾਰ ਮਾਰ ਸਿੱਟ ਲਿਆ ਖਡੂਰ ਸਾਹਿਬ ਦੇ ਜੱਟਾਂ ਨੇ ਫਿਰ ਤੇ ਉਹਨੂੰ ਧੋਇਆ ਬਹੁਤ ਜ਼ਿਆਦਾ। ਮਹਾਰਾਜ ਕਹਿੰਦੇ ਭਾਈ ਅਤੀ ਹੂੰ ਧੱਕਾ ਖਾਏ, ਜਿਹੜਾ ਅੱਤ ਚੁੱਕਦਾ ਹੈ ਬਹੁਤ ਜ਼ਿਆਦਾ, ਪਰਮੇਸ਼ਰ ਦੇ ਪਿਆਰਿਆਂ ਦਾ ਭੈ ਨਹੀਂ ਮੰਨਦਾ, ਵਾਹਿਗੁਰੂ ਦਾ ਡਰ ਨਹੀਂ ਮੰਨਦਾ। ਇਹ ਜਿੰਨੇ ਵੀ ਸਾਧ ਸੰਗਤ ਜੀ ਇਹ ਗੁਰੂ ਸਾਹਿਬ ਦੇ ਕਹੇ ਹੋਏ ਵਾਕ ਸਤਿ ਹੈ। ਸੰਸਾਰ ਦੇ ਅੰਦਰ ਜਿਹੜੇ ਇਹ ਹਕੂਮਤਾਂ ਦੇ ਨਸ਼ੇ ਵਿੱਚ ਆ ਕਰਕੇ ਇਹ ਥੋੜੇ ਬਹੁਤੇ ਮੰਤਰਾਂ ਨੂੰ ਜਾਣਨ ਦਾ ਅਰਥ ਕੀ ਹੈ ਕਿ ਥੋੜੀ ਬਹੁਤੀ ਹਕੂਮਤ ਦੀ ਸ਼ਕਤੀ ਰੱਖਦੇ ਹੁੰਦੇ ਐ, ਪਰ ਰੱਬੀ ਸ਼ਕਤੀ ਨੂੰ ਹੱਥ ਪਾਉਣ ਲੱਗ ਜਾਂਦੇ ਆ, ਰੱਬੀ ਸ਼ਕਤੀ ਨੂੰ ਵੰਗਾਰਨ ਲੱਗ ਜਾਂਦੇ ਆ। ਤੇ ਇਹ ਸਾਡਾ ਇਤਿਹਾਸ ਵੇਖੋ ਭਰਿਆ ਹੋਇਆ ਹੈ। ਜਿਹੜਾ ਵੀ ਹਕੂਮਤ ਦੇ ਨਸ਼ੇ ਵਿੱਚ ਆਇਆ ਉਹਨੇ ਹਕੂਮਤ ਦੇ ਨਸ਼ੇ ਵਿੱਚ ਹਰਮੰਦਰ ਸਾਹਿਬ ਤੇ ਹੀ ਹਮਲੇ ਕਰ ਦਿੱਤੇ। ਉਹ ਰੱਬੀ ਸ਼ਕਤੀ ਨੂੰ ਹੱਥ ਪਾਇਆ ਤੇ ਜਿਨ ਫਿਰ ਨਾਗਾਂ ਨੂੰ ਹੱਥ ਪਾਇਆ ਉਹਦਾ ਹਾਲ ਕੀ ਹੋਇਆ। ਨਾਗ ਦਾ ਫਿਰ ਡੰਗ ਮਰਾ ਕੇ ਕਿਹੜਾ ਫਿਰ ਜਿਉਂਦਾ ਰਹਿੰਦਾ ਹੈ। ਜਦੋਂ ਫਿਰ ਗੁਰੂ ਕਿਆਂ ਨੇ ਡੰਗ ਮਾਰਿਆ, ਗੁਰੂ ਅਮਰਦਾਸ ਸਾਹਿਬ ਜੀ ਨੇ ਦੱਸਿਆ ਸਰਾਪ ਰੂਪੀ ਡੰਗ ਮਾਰ ਕੇ ਕਰਤਾ ਨਾ ਭਸਮ। ਜਿਹਨੂੰ ਫਿਰ ਇਹ ਗੁਰੂ ਕਾ ਡੰਗਿਆ ਸਾਧ ਸੰਗਤ ਜੀ ਉਹ ਬਚਿਆ ਨਹੀਂ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਧੁਰੋਂ ਪਰਮੇਸ਼ਰ ਦਾ ਹੁਕਮ ਹੈ ਹੋ ਜਿਆ, ਵਾਹਿਗੁਰੂ ਦੀ ਆਗਿਆ ਵਰਤਦੀ ਹੈ। ਜਿਹੜਾ ਫਿਰ ਅੱਤ ਚੁੱਕਦਾ ਨਾ, ਆਤੀ ਚੁੱਕਦੇ ਨਾ ਹਕੂਮਤਾਂ ਵਾਲੇ, ਤੋਪਾਂ ਟੈਂਕਾਂ ਨੂੰ ਚੜਾ ਦਿੰਦੇ ਐ, ਗੁਰੂ ਘਰ ਦਾ ਅਦਬ ਨਹੀਂ ਰੱਖਦੇ ਤੇ ਫਿਰ ਹਾਲ ਕੀ ਹੁੰਦਾ ਉਹਨਾਂ ਦਾ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਇਹ ਸਦਾ ਹੀ ਜੇ ਕੋਈ ਗੁਰੂ ਕਿਆਂ ਨੂੰ ਇਉਂ ਹੱਥ ਪਾਊਗਾ ਤੇ ਉਹਦੀ ਹਾਲਤ ਇਹੋ ਹੀ ਹੋਣੀ ਹੈ, ਕਿਉਂਕਿ ਗੁਰੂ ਕਿਆਂ ਦੇ ਬਰਾਬਰ ਸ਼ਕਤੀ ਹੈ ਨਹੀਂ ਇਸ ਸੰਸਾਰ 'ਚ ਕਿਸੇ ਕੋਲ ਵੀ। ਨਿਰੰਕਾਰ ਸਰੂਪ ਹਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ।
ਜਿਹੜਾ ਕੋਈ ਗੁਰੂ ਘਰ ਦੀ ਅਣਖ ਗੈਰਤ ਨੂੰ ਹੱਥ ਪਾਉਂਦਾ ਨਾ, ਇਹ ਮਹਾਰਾਜ ਸਾਹਿਬ ਜੀ ਤਪੇ ਦਾ ਇੱਕ ਪ੍ਰਮਾਣ ਰੱਖ ਕੇ ਸਤਿਗੁਰਾਂ ਜੀ ਨੇ ਗੁਰਬਾਣੀ ਦੇ ਅੰਦਰ ਦਰਜ ਕੀਤਾ ਹੈ। ਤੇ ਜਿਹੜੇ ਸਾਧ ਸੰਗਤ ਜੀ ਫਿਰ ਸਮਝ ਜਾਂਦੇ ਆ ਨਾ, ਉਹ ਨਹੀਂ ਹੱਥ ਪਾਉਂਦੇ, ਕਹਿੰਦੇ ਨਾ ਭਾਈ ਸਾਡੀ ਇੰਨੀ ਸ਼ਕਤੀ ਨਹੀਂ, ਜਾ ਕੇ ਠੋਇਆਂ ਦਾ ਮੰਤਰੀ ਜਿਹੜਾ ਉਹ ਨਾਗਾਂ ਨੂੰ ਕਾਹਨੂੰ ਹੱਥ ਪਾਵੇ, ਨਹੀਂ ਪਾਉਣਾ ਚਾਹੀਦਾ। ਪਰ ਜਿਹੜਾ ਪਾਉਂਦਾ ਫਿਰ ਨਾਗਾਂ ਦਾ ਡੰਗ ਨਹੀਂ ਝੱਲਿਆ ਜਾਂਦਾ, ਸੱਪ ਡੰਗ ਮਾਰੇ ਨਾ ਉਸੇ ਵੇਲੇ ਫੁੜਕ ਜਾਂਦਾ ਹੈ। ਸੰਤ ਦਾ ਸ਼ਰਾਪ ਰੂਪੀ ਡੰਗ ਹੁੰਦਾ ਹੈ, ਜਿਹੜਾ ਸੰਤ ਦਾ ਬਚਨ ਹੈ ਨਾ ਉਹ ਸਾਧ ਸੰਗਤ ਜੀ ਖਾਲੀ ਨਹੀਂ ਜਾਂਦਾ। ਫਿਰ ਕਿਹਾ ਹੋਇਆ ਵਾਕ ਜਿਹੜਾ, ਇਸੇ ਕਰਕੇ ਕਿਸੇ ਨੇ ਕਿਹਾ ਕਿ ਭਾਈ ਜਿਹੜਾ ਤਲਵਾਰ ਤੋਂ ਭਾਵੇਂ ਨਾ ਡਰੋ ਪਰ ਸਾਧੂ ਦੀ ਰਸਨਾ ਤੋਂ ਡਰ ਮੰਨੋ, ਕਿਉਂਕਿ ਉਹ ਤਲਵਾਰ ਤਾਂ ਇੱਕ ਜਨਮ ਗਲਾ ਕੱਟਣ ਨਾਲ ਨਾਸ਼ ਹੋਊਗਾ ਨਾ, ਤੇ ਪਰ ਸਾਧੂ ਦੀ ਰਸਨਾ ਜਨਮਾਂ ਜਨਮਾਂਤਰਾਂ ਤੱਕ ਤੱਕ ਦਿੰਦੀ ਹੈ। ਇਹੋ ਜੀ ਹਾਲਤ ਹੁੰਦੀ ਹੈ। ਸਤਿਗੁਰਾਂ ਜੀ ਨੇ ਬਚਨ ਕਹਿ ਕੇ ਬੀਜ ਕੇ ਰੱਖ ਦਿੱਤਾ ਸੀਗਾ। ਮਹਾਰਾਜ ਕਹਿੰਦੇ ਸਾਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਹੈ, ਇਹ ਜੜ ਹੀ ਪੁੱਟੀ ਗਈ। ਸੱਚੇ ਪਾਤਸ਼ਾਹ ਨੇ ਇਹੋ ਜਿਹੇ ਵਾਕ ਕਹਿ ਤੇ ਜੜ ਪੁੱਟੇ ਜਾਣ ਦਾ ਖਾਲਸੇ ਨੇ ਇੰਨਾ ਬਚਨ ਪਾਲਿਆ, ਸਰਹੰਦੀਆਂ ਨੀਹਾਂ ਵੀ ਕੱਢ ਕੇ ਖਾਰੇ ਸਮੁੰਦਰ 'ਚ ਰੋੜ ਦਿੱਤੀਆਂ ਸੀਗੀਆਂ। ਕਹਿੰਦੇ ਮਹਾਰਾਜ ਨੇ ਬਚਨ ਕਿਹਾ, ਖਾਲਸੇ ਨੇ ਹਲ ਵਾਹਤਾ ਸੀ ਉਸ ਸਰਹੰਦ ਦੇ ਅੰਦਰ ਜਿੱਥੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀਗਾ। ਇਹ ਥੋੜੀ ਬਹੁਤੀ ਸ਼ਕਤੀ ਰੱਖਣ ਵਾਲੇ ਤੋਪਾਂ ਨੇ, ਹਾਥੀਆਂ ਦੀਆਂ ਫੌਜਾਂ ਨੇ, ਵਜੀਦੇ ਨੇ, ਜਿਹੜਾ ਸੀ ਸਾਹਿਬਜ਼ਾਦਿਆਂ ਨੂੰ ਹੱਥ ਪਾ ਲਿਆ, ਗੁਰੂ ਕਿਆਂ ਨੂੰ ਹੱਥ ਪਾ ਲਿਆ। ਵੇਖ ਲਓ ਹਾਲਤ ਫਿਰ ਕੀ ਹੋਈ। ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਦਫਾੜ ਕਰਕੇ ਮਾਰਿਆ ਸੀਗਾ। ਨਾਗਾਂ ਦਾ ਡੰਗਿਆ ਨਹੀਂ ਫਿਰ ਬਚਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਇਹੋ ਜੀ ਹਾਲਤ ਹੈ, ਧੁਰੋਂ ਹੀ ਖਸਮ ਦਾ ਮਾਲਕ ਦਾ ਹੁਕਮ ਹੀ ਇਹੋ ਜਿਹਾ ਹੈ। ਜਿਹੜਾ ਅੱਤ ਚੁੱਕਦਾ ਨਾ ਉਹ ਮਹਾਰਾਜ ਕਹਿੰਦੇ ਧੱਕੇ ਹੀ ਖਾਂਦਾ ਹੈ। ਫਿਰ ਪੜੋ ਤੁਰ ਖਸਮ ਪਿਆ ਹੁਕਮ ਪਿਆ ਤੁਰ ਖਸਮ ਕਾ, ਹੁਕਮ ਭਇਆ ਧੁਰ ਖਸਮ ਕਾ। ਧੁਰੋਂ ਹੀ ਖਸਮ ਦਾ ਮਾਲਕ ਦਾ ਅਕਾਲ ਪੁਰਖ ਵਾਹਿਗੁਰੂ ਦਾ ਮਹਾਰਾਜ ਕਹਿੰਦੇ ਭਾਈ ਇਹ ਹੁਕਮ ਹੈ ਐਸਾ। ਅਤੀ ਹੂੰ ਧੱਕਾ ਖਾਏ, ਅਤੀ ਅਤਿਅੰਤੀ ਮਹਾਰਾਜ ਕਹਿੰਦੇ ਭਾਈ ਉਹਨਾਂ ਨੂੰ ਨਰਕਾਂ ਵਿੱਚ ਵੀ ਫਿਰ ਧੱਕੇ ਹੀ ਪੈਂਦੇ ਆ। ਜਿਵੇਂ ਤਪੇ ਦੀ ਬਾਬਤ ਵੀ ਮਹਾਰਾਜ ਆਖਿਆ ਨਾ ਕਿ ਇਸ ਤਪੈ ਨੂੰ ਤੁੱਥੈ ਖੜ ਪਾਏ ਹੋ ਜਿੱਥੇ ਮਹਾ ਮਹਾ ਹਥਿਆਰਿਆ। ਅਖੇ ਮਹਾਰਾਜ ਕਿਉਂ? ਕਹਿੰਦੇ ਸਤਿਗੁਰੂ ਹੈ ਫਟਕਾਰਿਆ, ਇਹਨੂੰ ਸਤਿਗੁਰੂ ਜੀ ਨੇ ਫਟਕਾਰ ਦਿੱਤਾ। ਇਸ ਕਰਕੇ ਫਿਰ ਇਸ ਤਪੈ ਦੇ ਕੋ ਮੋਹ ਲੱਗਾ ਨਾ ਹੀ, ਮੂੰਹ ਨਾ ਵੀ ਕੋਈ ਇਹਦੇ ਲੱਗੇ, ਜਾ ਕਰਕੇ ਉੱਥੇ ਨਰਕਾਂ 'ਚ ਵੀ ਕਿਸੇ ਨਾਲ ਗੱਲ ਨਾ ਕਰ ਸਕੇ। ਇਉਂ ਅਤਿਅੰਤੀ ਮਹਾਰਾਜ ਕਹਿੰਦੇ ਉਹਨਾਂ ਨੂੰ ਧੱਕੇ ਹੀ ਪੈਂਦੇ ਆ। ਇੱਥੇ ਵੀ ਚਿੰਤਾ ਦੇ ਧੱਕੇ ਹੀ ਖਾਂਦੇ ਰਹਿੰਦੇ ਆ ਤੇ ਪਰਲੋਕ ਵਿੱਚ ਵੀ ਸਾਧ ਸੰਗਤ ਜੀ ਫਿਰ ਜਮਾਂ ਦੇ ਧੱਕੇ ਹੀ ਪੈਂਦੇ ਆ। ਜਿਹੜਾ ਗੁਰੂ ਕਿਆਂ ਨੂੰ ਹੱਥ ਪਾਉਂਦਾ ਹੈ, ਜਿਹੜਾ ਗੁਰੂ ਘਰ ਦੀ ਅਣਖ ਗੈਰਤ ਨੂੰ ਹੱਥ ਪਾਉਂਦਾ ਹੈ, ਇਹ ਤਪੇ ਦਾ ਸਤਿਗੁਰਾਂ ਪ੍ਰਮਾਣ ਰੱਖ ਕੇ ਦੱਸਿਆ। ਪਰ ਹਕੂਮਤਾਂ ਵਾਲੇ ਅਜੇ ਵੀ ਸਮਝਦੇ ਨਹੀਂ ਤੇ ਮੰਤਰੀ ਦਾ ਠੂਹਿਆਂ ਦੇ ਆ, ਥੋੜੀ ਬਹੁਤੀ ਸ਼ਕਤੀ ਸੰਸਾਰ ਦੀ ਰੱਖਦੇ ਆ ਤੇ ਰੱਬੀ ਸ਼ਕਤੀ ਨੂੰ ਹੱਥ ਪਾਉਣ ਦੇ ਯਤਨ ਕਰਦੇ ਆ। ਤੇ ਮਹਾਰਾਜ ਕਹਿੰਦੇ ਭਾਈ ਤਾਂ ਫਿਰ ਮਾਲਕ ਦਾ ਹੁਕਮ ਹੀ ਆ, ਧੁਰੋਂ ਹੀ ਪਰਮੇਸ਼ਰ ਤੋਂ ਵੱਡੀ ਤਾਂ ਕੋਈ ਤਾਕਤ ਨਹੀਂ ਨਾ, ਤੇ ਫਿਰ ਪਰਮੇਸ਼ਰ ਦਾ ਹੁਕਮ ਹੀ ਇਹ ਵਰਤਦਾ ਹੈ। ਮਹਾਰਾਜ ਕਹਿੰਦੇ ਅਤਿਅੰਤ ਹੀ ਇਹ ਭਾਈ ਧੱਕੇ ਹੀ ਖਾਂਦੇ ਆ। ਫਿਰ ਜੂਨਾਂ ਵਿੱਚ ਭਟਕਣ ਰੂਪ ਧੱਕੇ ਖਾਂਦੇ ਜਿਹੜੇ ਸੰਤਾਂ ਨਾਲ ਭਾਈ ਇਉਂ ਵਾਅਦਾ ਕਰਦੇ ਆ। ਤੇ ਇਸ ਪ੍ਰਕਾਰ ਪਰਲੋਕ 'ਚ ਜਮਾਂ ਦੇ ਧੱਕੇ ਮਹਾਰਾਜ ਕਹਿੰਦੇ ਭਾਈ ਉਹਨਾਂ ਨੂੰ ਪੈਂਦੇ ਜਿਹੜੇ ਅੱਤ ਚੁੱਕਦੇ ਆ। ਤੇ ਉਹ ਕਿਹਾ ਹੀ ਅਖਾਣਾ ਜਿੱਦਾਂ ਹੁੰਦੀਆਂ, ਕਹਿੰਦੇ ਅੱਤ ਦਾ ਤੇ ਰੱਬ ਦਾ ਵੈਰ ਹੁੰਦਾ, ਅੱਤ ਨਹੀਂ ਚੱਕਣੀ ਚਾਹੀਦੀ। ਪਰ ਜਿਹੜੇ ਸਾਧ ਸੰਗਤ ਜੀ ਉਹ ਨਸ਼ਾ ਚੜ ਜਾਂਦਾ ਜਿਨ੍ਹਾਂ ਨੂੰ ਹਕੂਮਤ ਦਾ, ਉਹ ਅੱਤ ਚੱਕ ਹੀ ਲੈਂਦੇ ਆ। ਫਿਰ ਨਿਰੰਕਾਰ ਦਾ ਹੁਕਮ ਹੀ ਐਸਾ ਵਰਤਦਾ, ਧੱਕੇ ਹੀ ਪੈਂਦੇ ਆ ਇੱਥੇ ਤੇ ਉੱਥੇ ਵੀ। ਗੁਰਮੁਖ ਸਿਉ ਮਨ ਮੁਖ ਅੜੈ, ਮਹਾਰਾਜ ਫਰਮਾਇਆ ਕਿ ਜਿਹੜੇ ਭਾਈ ਗੁਰਮੁਖਾਂ ਦੇ ਨਾਲ ਮਨਮੁਖ ਜਦੋਂ ਅੜ ਪੈਂਦੇ ਆ, ਇਹ ਸਾਧ ਸੰਗਤ ਜੀ ਇਸ ਤਰ੍ਹਾਂ ਸੰਸਾਰ ਦੀ ਰੀਤ ਹੀ ਇਹ ਹੈ। ਚਾਹੇ ਹੁਣ ਉਹ ਸਮਾਜ ਹੋਵੇ ਚਾਹੇ ਘਰ ਹੋਵੇ, ਇੱਕ ਹੀ ਮਾਤਾ ਦੇ ਉਦਰ ਤੋਂ ਜੰਮੇ ਦੋ ਪੁੱਤਰ, ਇੱਕ ਮਨਮੁਖ ਹੋ ਗਿਆ ਇੱਕ ਗੁਰਮੁਖ ਹੋ ਗਿਆ। ਸੁਭਾਵਾਂ 'ਚ ਫਰਕ ਹੁੰਦਾ ਕਰਕੇ ਨਾ, ਇੱਕ ਸਤਸੰਗੀ ਹੈ, ਇੱਕ ਜਿਹੜਾ ਪੱਬਾਂ ਕਲੱਬਾਂ 'ਚ ਜਾਂਦਾ ਹੈ, ਤੇ ਉੱਥੇ ਫਿਰ ਉਹ ਆਪਸ 'ਚ ਅੜਦੇ ਹੀ ਰਹਿੰਦੇ ਆ। ਉਸ ਘਰ 'ਚ ਕਲੇਸ਼। ਉਹ ਗੁਰਮੁਖ ਕਹਿੰਦੇ ਤਾਂ ਭਾਵੇਂ ਕੁਝ ਵੀ ਨਹੀਂ, ਪਰ ਫਿਰ ਵੀ ਉਹਨਾਂ ਨੂੰ ਅੰਮ੍ਰਿਤ ਵੇਲੇ ਉੱਠਦੇ ਨਹੀਂ ਉਹ ਚੰਗੇ ਲੱਗਦੇ, ਸਤਸੰਗਤ ਜਾਂਦੇ ਚੰਗੇ ਨਹੀਂ ਲੱਗਦੇ। ਤੇ ਉਹਨਾਂ ਮਨਮੁਖਾਂ ਦਾ ਸੁਭਾਅ ਹੀ ਇਹ ਬਣ ਜਾਂਦਾ ਹੈ ਕਿ ਸਦਾ ਗੁਰਮੁਖਾਂ ਨਾਲ ਅੜਦੇ ਆ, ਚਾਹੇ ਸਮਾਜ ਹੈ ਚਾਹੇ ਘਰ ਹੈ। ਇਹ ਮਨਮੁਖਾਂ ਦੀ ਹਾਲਤ ਹੀ ਇਹੋ ਜਿਹੀ ਹੈ, ਉਹ ਅੜ ਪੈਂਦੇ ਆ, ਬਹੁਤਾ ਜ਼ਿਆਦਾ ਦੁੱਖ ਦੇਣ ਦਾ, ਕਸ਼ਟ ਦੇਣ ਦਾ ਯਤਨ ਕਰਦੇ ਆ। ਡੁੱਬੇ ਹੱਕ ਨਿਆਂ, ਤੇ ਫਿਰ ਹੱਕ ਦਾ ਸੱਚ ਦਾ ਨਿਆਂ ਇਹ ਹੀ ਹੈ ਕਿ ਉਹ ਫਿਰ ਮਨਮੁਖ ਜਿਹੜਾ ਨਾ ਡੁੱਬ ਜਾਂਦਾ ਹੈ।
ਪਰਮੇਸ਼ਰ ਡੋਬਦਾ ਉਹਨੂੰ ਬੜੀ ਬੁਰੀ ਤਰ੍ਹਾਂ ਫਿਰ, ਕਿਉਂਕਿ ਗੁਰਮੁਖਾਂ ਦੀ ਕਦੇ ਹਾਰ ਨਹੀਂ ਹੋ ਸਕਦੀ। ਇਹ ਨਿਰੰਕਾਰ ਦਾ ਸਾਧ ਸੰਗਤ ਜੀ ਇਹ ਰੱਬੀ ਨਿਆਂ ਹੈ। ਮਹਾਰਾਜ ਨੇ ਕਿਹਾ ਨਿਰੰਕਾਰ ਦਾ ਨਿਆਂ ਹੈ, ਕਿਉਂਕਿ ਜਿਹੜਾ ਨਾ ਅਧਰਮ ਥੋੜਾ ਚਿਰ ਜ਼ਰੂਰ ਪਾਪ ਜਿਹੜਾ ਹੈ ਉਹ ਆਪਣਾ ਰੰਗ ਵਿਖਾਉਂਦਾ ਹੈ, ਪਰ ਸੱਚੇ ਪਾਤਸ਼ਾਹ ਜੀ ਕਿਹਾ ਹੈ ਕਿ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦਿਓਏ। ਵੇਖ ਲੋ ਸੰਸਾਰ ਦੇ ਅੰਦਰ ਜਿਨ ਜਿਨ ਮਨਮੁਖ ਬਣ ਕੇ ਗੁਰਮੁਖਾਂ ਨਾਲ ਅੜਿਆ ਹੈ ਤੇ ਉਹਦਾ ਹਾਲ ਕੀ ਹੋਇਆ ਹੈ। ਨਾ ਸੰਸਾਰ ਵਿੱਚ ਤੇ ਨਾ ਸਾਧ ਸੰਗਤ ਜੀ ਪਰਲੋਕ ਵਿੱਚ ਭਲਾ। ਇਹ ਨਰੰਗੇ ਨੇ ਜਦੋਂ ਦੀਵਾਨ ਸਾਹਿਬ ਨੂੰ ਸ਼ਹੀਦ ਕਰਨ ਲੱਗਾ ਸੀ ਤੇ ਦੀਵਾਨ ਮਤੀ ਦਾਸ ਜੀ ਨੇ ਕਿਹਾ ਸੀ, ਨਰੰਗਿਆ ਜਿਹੜੀ ਮਰਜ਼ੀ ਮੌਤ ਮੈਨੂੰ ਦੇ ਦੇ, ਪਰ ਚੇਤੇ ਰੱਖੀ ਮੈਂ ਤੈਨੂੰ ਦਿੱਲੀ ਨਹੀਂ ਰਾਤ ਕੱਟਣ ਦੇਣੀ। ਇਹ ਦੀਵਾਨ ਸਾਹਿਬ ਦੇ ਬਚਨ ਸਾਧ ਸੰਗਤ ਜੀ। ਦਿੱਲੀ ਜੇ ਰਾਤ ਕਿਲੇ 'ਚ ਜਾਂਦਾ ਸੀਗਾ ਤੇ ਇਹੋ ਜਿਹਾ ਇਹਨੂੰ ਭੈ ਆਉਂਦਾ ਸੀ, ਰਾਤ ਬਾਹਰ ਰਹਿੰਦਾ ਸੀ, ਦਿਨੇ ਆਪਣੀ ਦਾਰਲ ਹਕੂਮਤ ਦੇ ਕੰਮਕਾਰ ਥੋੜਾ ਜਿਹਾ ਨੇ ਚਲਾਏ, ਮੁੜ ਕੇ ਜਿਹੜਾ ਜੰਗ ਦਾ ਬਹਾਨਾ ਬਣਾ ਕੇ ਇੱਥੇ ਆ ਗਿਆ ਸੀ ਔਰੰਗਾਬਾਦ। ਸਾਰੀ ਜ਼ਿੰਦਗੀ ਇੱਥੇ ਕੱਟੀ, ਇੱਥੇ ਹੀ ਮਰਿਆ ਨਰੰਗਾ, ਦਿੱਲੀ ਨਹੀਂ ਮੁੜ ਜਾ ਸਕਿਆ। ਗੁਰੂ ਕਿਆਂ ਨੂੰ ਹੱਥ ਪਾਇਆ, ਤੜਫਦਾ ਮਰਿਆ ਸੀਗਾ। ਮਹਾਰਾਜ ਦਾ ਜਫਰਨਾਮਾ ਰੂਪੀ ਜਦੋਂ ਡੰਗ ਵੱਜਿਆ ਨਾ ਤੇ ਇਹਦੀ ਜਾਨ ਨਹੀਂ ਸੀ ਨਿਕਲਦੀ। ਇਹਦੀ ਲੜਕੀ ਨੇ ਕਿਹਾ, ਜੇਬਰ ਨਿਸ਼ਾਨੇ ਅੱਬੂ ਜਾਨ, ਇਹ ਕਲਾਮ ਪੜ੍ਹਦੇ ਜਿਹੜੀ ਲਿਖੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਤੇਰੀ ਜਾਨ ਸੌਖੀ ਨਿਕਲ ਜਾਏਗੀ। ਮਰਨ ਲੱਗਿਆਂ ਨੇ ਫਿਰ ਕਹਿੰਦੇ ਫਤਿਹ ਲਿਖੀ ਸੀ ਆਪਣੇ ਹੱਥ ਦੇ ਨਾਲ ਤੇ ਫਿਰ ਮਰਿਆ ਸੀਗਾ। ਇਹੋ ਜੀ ਹਾਲਤ ਹੁੰਦੀ ਹੈ ਸਾਧ ਸੰਗਤ ਜੀ। ਮਹਾਰਾਜ ਫਰਮਾਉਂਦੇ ਹਨ, ਗੁਰਮੁਖ ਸਿਉ ਮਨਮੁਖ ਅੜੈ। ਜਿਹੜੇ ਮਹਾਰਾਜ ਕਹਿੰਦੇ ਮਨਮੁਖ ਉਹ ਗੁਰਮੁਖਾਂ ਨਾਲ ਭਾਈ ਅੜਦੇ ਐ। ਗੁਰਮੁਖਾਂ ਦਾ ਸੁਭਾਅ ਨਿਰਲੇਪ ਹੁੰਦਾ ਹੈ, ਉਹ ਨਹੀਂ ਕੋਈ ਬੁਰਾ ਕਰਨਾ ਚਾਹੁੰਦੇ, ਪਰ ਨਿਰੰਕਾਰ ਵੇਖਦਾ ਨਾ ਉਤੋਂ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਨਿਆਂ ਕਰਨ ਵਾਲਾ ਪਰਮੇਸ਼ਰ ਵੇਖਦਾ। ਜਿਵੇਂ ਉਹ ਇੱਕ ਪ੍ਰਮਾਣਿਕ ਸਾਖੀ ਹੈ, ਕਹਿੰਦੇ ਇੱਕ ਗੁਰਮੁਖ ਸੀ, ਇੱਕ ਮਨਮੁਖ ਸੀਗਾ। ਉਹ ਰਸਤੇ 'ਚ ਰਾਹੀ ਬਣ ਕੇ ਤੁਰ ਪਏ। ਗੁਰਮੁਖ ਕੋਲ ਚੰਗਾ ਮਾਲ ਅਸਬਾਬ ਸੀਗਾ ਤੇ ਮਨਮੁਖ ਨੇ ਸੋਚ ਲਿਆ ਵੀ ਇਹ ਲੁੱਟਾਂਗੇ ਹੁਣ। ਉਹ ਰਸਤੇ ਵਿੱਚ ਭੁੱਖ ਲੱਗੀ, ਗੁਰਮੁਖ ਪ੍ਰਸ਼ਾਦਾ ਛਕਣ ਲੱਗਾ। ਉਹਨੇ ਸੁਭਾਅ ਸੀ ਹੁਣ ਗੁਰਮੁਖ ਕਹਿੰਦੇ ਲਓ ਮਹਾਰਾਜ ਤੁਸੀਂ ਵੀ ਛਕੋ। ਉਹਨੇ ਛਕ ਲਿਆ ਉਹਦੇ ਕੋਲੋਂ ਪ੍ਰਸ਼ਾਦਾ ਲੈ ਕੇ। ਫਿਰ ਅੱਗੇ ਖੂਹ ਆ ਗਿਆ, ਖੂਹ ਤੋਂ ਪਾਣੀ ਪੀਣ ਲੱਗੇ। ਉਹਨੇ ਮਨਮੁਖ ਕਹਿੰਦਾ ਪਹਿਲੋਂ ਤਾਂ ਇਉਂ ਜਦੋਂ ਮਨਮੁਖ ਨੇ ਪਾਣੀ ਕੱਢਿਆ ਤੇ ਉਹਨਾਂ ਪੀ ਲਿਆ ਗੁਰਮੁਖ ਨੇ, ਤੇ ਜਦੋਂ ਗੁਰਮੁਖ ਕੱਢਣ ਲੱਗਾ ਪਾਣੀ, ਮਨਮੁਖ ਕਹਿੰਦਾ ਮਹਾਰਾਜ ਮੈਨੂੰ ਵੀ ਪਿਆਓ। ਤੇ ਉਹ ਪਾਣੀ ਕੱਢਣ ਲੱਗੇ ਧੱਕਾ ਦੇ ਕੇ ਖੂਹ 'ਚ ਸਿੱਟਤਾ। ਜਦੋਂ ਖੂਹ 'ਚ ਸਿੱਟਤਾ ਉਹਦਾ ਮਾਲ ਸਬਾਬ ਲੈ ਕੇ ਆਪ ਉੱਥੋਂ ਤੁਰ ਗਿਆ ਤੇ ਉਹ ਉੱਥੇ ਬਰੋਟਾ ਸੀ ਇੱਕ ਖੂਹ ਦੇ ਉੱਤੇ। ਇਹ ਸਾਖੀਆਂ ਇਹ ਨਹੀਂ ਹੁੰਦੇ ਕਿ ਜ਼ਰੂਰੀ ਇਹ ਸੱਚੀ ਹੀ ਹੋਵੇ ਸਾਖੀ, ਇਹ ਪ੍ਰਮਾਣ ਹੁੰਦਾ ਸਮਝਣ ਵਾਸਤੇ ਕਿ ਗੁਰਮੁਖ ਦਾ ਤੇ ਮਨਮੁਖ ਦਾ ਜੇ ਝਗੜਾ ਹੋਵੇ ਤੇ ਉਹਦਾ ਨਿਆਂ ਪਰਮੇਸ਼ਰ ਕਿਵੇਂ ਕਰਦਾ ਹੈ। ਉਹ ਬਰੋਟੇ ਦੀਆਂ ਜੜ੍ਹਾਂ ਪਕੜ ਕੇ ਉੱਥੇ ਬੈਠਾ ਰਿਹਾ ਤੇ ਜਦੋਂ ਰਾਤ ਦਾ ਵਕਤ ਹੋਇਆ ਕਹਿੰਦੇ ਉੱਥੇ ਇੱਕ ਦੇ ਰਹਿੰਦਾ ਸੀ ਬਰੋਟੇ ਦੇ ਉੱਪਰ ਤੇ ਇੱਕ ਸੱਪ ਸੀਗਾ ਉੱਥੇ ਜ਼ਹਿਰੀਲਾ। ਉਹ ਆਪਸ ਦੇ ਵਿੱਚ ਦੀ ਗੱਲਾਂ ਕਰਨ। ਉਹ ਦਿਓ ਕਹਿੰਦਾ ਮੈਂ ਰਾਜੇ ਦੀ ਲੜਕੀ ਨੂੰ ਚਿੰਬੜਿਆ ਹੋਇਆ ਹਾਂ ਤੇ ਕਹਿੰਦਾ ਮੇਰੇ ਨਿਕਲਣ ਦਾ ਭੇਦ ਮੈਂ ਹੀ ਜਾਣਦਾ, ਕੋਈ ਹੋਰ ਜਿੰਨਾ ਮਰਜ਼ੀ ਮਾਦਰੀ ਆ ਜੇ ਮੰਤਰ ਪੜ੍ਹੇ ਮੈਨੂੰ ਕੱਢ ਨਹੀਂ ਸਕਦਾ ਕੋਈ ਵੱਡੇ ਤੋਂ ਵੱਡਾ। ਉਹ ਸੱਪ ਕਹਿੰਦਾ ਕੀ ਹੈ ਤੇਰੇ ਨਿਕਲਣ ਦਾ ਭੇਦ? ਕਹਿੰਦਾ ਮੇਰੇ ਨਿਕਲਣ ਦਾ ਭੇਦ ਹੈ ਕਿ ਜੇ ਗਰੜ ਦੀਆਂ ਬਿੱਠਾਂ ਲੈ ਕੇ ਕੋਈ ਧੂਣੀ ਦੇਵੇ ਤਾਂ ਮੈਂ ਨਿਕਲ ਸਕਦਾ ਹਾਂ। ਉਹ ਸੱਪ ਕਹਿੰਦਾ ਕਿ ਮੇਰੇ ਕੋਲ ਥੇ ਵਿੱਚ 7 ਪਾਤਸ਼ਾਹੀਆਂ ਦਾ ਖਜ਼ਾਨਾ ਹੈ ਲੁਕਿਆ ਹੋਇਆ ਤੇ ਮੇਰੇ ਨਿਕਲਣ ਦਾ ਭੇਦ ਉੱਥੋਂ ਮੈਂ ਹੀ ਜਾਣਦਾ। ਜੇ ਕੋਈ ਕਾਲੇ ਬੱਕਰੇ ਦਾ ਲਹੂ ਪਾਵੇ ਨਾ ਉਸ ਖੁੱਡ ਵਿੱਚ ਫਿਰ ਮੈਂ ਨਿਕਲ ਜੂ। ਆਪਸ ਵਿੱਚ ਗੱਲਾਂ ਕਰਨ ਉਹਨੇ ਗੁਰਮੁਖ ਨੇ ਸੁਣ ਲੀਆਂ। ਸਵੇਰੇ ਜਦੋਂ ਪਾਣੀ ਭਰਨ ਆਈਆਂ ਉੱਥੇ ਬੀਬੀਆਂ, ਉਹਨਾਂ ਨੇ ਵੇਖਿਆ ਥੱਲੇ ਤਾਂ ਕੋਈ ਮਨੁੱਖ ਹੈ। ਉਹਨਾਂ ਉਹਨੂੰ ਉੱਥੋਂ ਕੱਢਿਆ। ਜਦੋਂ ਕੱਢਿਆ ਤੇ ਉਹਨ ਜਿਹੜੀ ਰਾਤ ਗੱਲ ਸੁਣੀ ਸੀਗੀ ਉਹ ਸਾਰੀ ਉਹਨੇ ਜਾ ਕੇ ਉਵੇਂ ਹੀ ਕੀਤੀ। ਉਹ ਦਿਓ ਕੱਢ ਦਿੱਤਾ ਤੇ ਇਸ ਪ੍ਰਕਾਰ ਉਹ ਫਿਰ ਲੋਕ ਕਹਿੰਦੇ ਰਾਜੇ ਨੂੰ ਕਿ ਇਹਨੂੰ ਕੰਗਾਲ ਨੂੰ ਤੂੰ ਲੜਕੀ, ਉਹਨੇ ਫਿਰ ਰਾਜੇ ਵਿਆਹ ਹੀ ਦਿੱਤੀ ਆਪਦੀ ਲੜਕੀ ਉਹਨੂੰ ਹੀ। ਕਹਿੰਦੇ ਵੀ ਤੂੰ ਵਿਆਹਤੀ, ਇਹਦੇ ਕੋਲ ਕੀ ਹੈ? ਉਹਨ ਫਿਰ ਉੱਥੋਂ ਖਜ਼ਾਨਾ ਵੀ ਜਿਹੜਾ ਸੀ ਉਹ ਕਢਵਾ ਲਿਆ ਤੇ ਉਹ ਫਿਰ ਉਹ ਦਾਨ ਕਰਨ ਲੱਗਾ। ਤੇ ਜਿਹੜਾ ਉਹ ਮਨਮੁਖ ਸੀ ਨਾ ਜਿਹਨੇ ਖੂਹ 'ਚ ਧੱਕਾ ਦਿੱਤਾ ਸੀ, ਉਹ ਸਾਧੂਆਂ ਦਾ ਭੇਖ ਬਣਾ ਕੇ ਫਿਰ ਦਾਨ ਲੈਣ ਆ ਗਿਆ ਉੱਥੇ। ਉਹਨ ਵੇਖ ਕੇ ਪਹਿਚਾਣ ਲਿਆ ਕਿ ਹੁਣ ਤਾਂ ਮੈਂ ਮਰਾਂਗਾ, ਇਹ ਤਾਂ ਵਈ ਉਹੋ ਹੀ ਹੈ ਜਿਹਨੂੰ ਮੈਂ ਧੱਕਾ ਦਿੱਤਾ ਸੀ। ਪਰ ਗੁਰਮੁਖ ਨੇ ਬੜਾ ਸਤਿਕਾਰ ਕੀਤਾ, ਹੋਰ ਦਾਨ ਦਿੱਤਾ, ਰਾਜੇ ਕੋਲੋਂ ਵੀ ਬੜਾ ਸਤਿਕਾਰ ਕਰਾਇਆ।
ਉਹਨੇ ਫਿਰ ਪੁੱਛਿਆ ਕਿ ਤੇਰੀ ਬੜੀ ਕਾਇਆ ਕਲਪ ਹੋਈ ਹੈ, ਕੀ ਹੋਇਆ? ਕਹਿੰਦਾ ਤੇਰੀ ਮਿਹਰਬਾਨਗੀ ਹੋਈ ਹੈ, ਮੈਨੂੰ ਤਾਂ ਕੁਛ ਨਹੀਂ ਸੀ ਪ੍ਰਾਪਤ। ਕਹਿਣ ਲੱਗਾ ਮੇਰੀ ਮਿਹਰਬਾਨਗੀ, ਮੈਂ ਤਾਂ ਤੈਨੂੰ ਧੱਕਾ ਦਿੱਤਾ ਸੀ ਖੂਹ ਚੋਂ। ਕਹਿੰਦਾ ਖੂਹ ਚੋਂ ਹੀ ਬਖਸ਼ਿਸ਼ ਹੋਈ ਹੈ। ਕਹਿੰਦਾ ਅੱਛਾ, ਮੇਰੇ ਤੇ ਵੀ ਹੋ ਸਕਦੀ ਹੈ? ਕਹਿੰਦਾ ਵੇਖ ਲੈ ਕਰਕੇ ਤੂੰ ਵੀ ਯਤਨ। ਉਹ ਚਲੇ ਗਿਆ। ਉਹ ਖੂਹ ਦੇ ਵਿੱਚ ਨਾ ਜਿਹੜਾ ਡਿੱਗਣਾ ਤੇ ਕੀ ਸੀਗਾ, ਉਹ ਥੱਲੇ ਜਿਹੜੀਆਂ ਲਮਕਦੀਆਂ ਸੀ ਜੜ੍ਹਾਂ, ਉੱਤੇ ਹੀ ਉਹਨਾਂ ਜੜ੍ਹਾਂ ਨੂੰ ਪਕੜ ਕੇ ਤੇ ਥੋੜਾ ਜਿਹਾ ਲਮਕ ਗਿਆ ਖੂਹ ਦੇ ਅੰਦਰ। ਤੇ ਰਾਤ ਪੈ ਗਈ। ਸੋਚਣ ਲੱਗਾ ਕਿ ਭਈ ਹੁਣ ਕੀ ਹੋਵੇ, ਕਿਸ ਤਰ੍ਹਾਂ ਮੈਨੂੰ ਇਹ ਸ਼ਕਤੀ ਮਿਲੇ, ਮੈਂ ਵੀ ਜਿਹੜਾ ਰਾਜੇ ਦਾ ਜਵਾਈ ਬਣਾ ਤੇ ਮੈਨੂੰ ਵੀ ਬੜੀਆਂ ਮਾਇਆ ਅਸਬਾਬ ਮਿਲ ਜੇ। ਉਧਰ ਉਹ ਦਿਓ ਫਿਰ ਗੱਲਾਂ ਕਰੇ। ਕਹਿੰਦਾ ਵੀ ਗੱਲ ਤਾਂ ਅਸੀਂ ਇੱਥੇ ਇਕੱਲਿਆਂ ਕੀਤੀ ਸੀ ਤੇ ਸਾਡੀ ਗੱਲ ਕਿਸੇ ਸੁਣ ਲਈ ਲੱਗਦੀ ਹੈ, ਤਾਂ ਕਰਕੇ ਉਹਨ ਮੇਰੇ ਜਿਹੜਾ ਨਿਕਲਣ ਦਾ ਭੇਦ ਪਤਾ ਲੱਗ ਗਿਆ। ਕੋਈ ਮਨੁੱਖ ਜ਼ਰੂਰ ਇੱਥੇ ਹੈ ਜਿਹੜਾ ਸਾਡੀਆਂ ਗੱਲਾਂ ਸੁਣਦਾ। ਤੇ ਉਹ ਸੱਪ ਕਹਿੰਦਾ ਸ਼ਾਮੀ ਇੱਕ ਵੜਦਾ ਤਾਂ ਵੇਖਿਆ ਸੀ ਮੈਂ ਖੂਹ ਦੇ ਅੰਦਰ। ਜਦੋਂ ਉਹਨੇ ਵੇਖਿਆ ਤੇ ਕਹਿੰਦੇ ਦੇ ਨੇ ਪਕੜ ਕੇ ਉੱਥੇ ਹੀ ਮਾਰ ਦਿੱਤਾ। ਉਹ ਇਹੋ ਜੀ ਹਾਲਤ ਹੋਈ। ਇਹ ਇੱਕ ਸਮਝਣ ਮਾਤਰ ਹੁੰਦਾ। ਨਿਰੰਕਾਰ ਕਿਸੇ ਵੀ ਤਰ੍ਹਾਂ ਕੋਈ ਭਾਣਾ ਬਣਾ ਕੇ ਨਾ ਮਨਮੁਖ ਨੂੰ ਸਾਧ ਸੰਗਤ ਜੀ ਛੱਡਦਾ ਨਹੀਂ ਨਿਰੰਕਾਰ। ਮਹਾਰਾਜ ਨੇ ਕਿਹਾ ਨਿੰਦਕ ਕਉ ਦਈ ਛੋਡਾ ਨਾ ਹੈ। ਜਿਹੜਾ ਗੁਰਮੁਖਾਂ ਦੇ ਨਾਲ ਹੱਕ ਮਾਰਦਾ ਨਾ, ਉਹਨਾਂ ਦੀ ਨਿਰਾਦਰੀ ਕਰਨਾ ਚਾਹੁੰਦਾ ਹੈ, ਬੇਅਦਬੀ ਕਰਨਾ ਚਾਹੁੰਦਾ ਹੈ। ਇਹ ਗੁਰੂ ਅੰਗਦ ਸਾਹਿਬ ਦੇ ਵਾਕ ਨੇ। ਸਤਿਗੁਰੂ ਜੀ ਕਹਿੰਦੇ ਭਾਈ ਇਹ ਹੱਕ ਦਾ ਸੱਚ ਦਾ ਨਿਆਂ ਇਹ ਹੈ ਕਿ ਉਹ ਡੁੱਬ ਜਾਂਦਾ ਹੈ, ਬਰਬਾਦ ਹੋ ਜਾਂਦਾ ਹੈ, ਤਬਾਹ ਹੋ ਜਾਂਦਾ ਹੈ। ਜਿਨ ਜਿਨ ਗੁਰੂ ਕੇ ਸਿੱਖਾਂ ਨਾਲ ਗੁਰਮੁਖ ਨੇ ਜਾਣ ਕਰਕੇ ਕਿ ਇਹਨਾਂ ਦਾ ਪ੍ਰਤਾਪ ਕਿਉਂ ਹੈ, ਇਹ ਵਡਿਆਈ ਕਿਉਂ ਇੰਨੀ ਹੁੰਦੀ ਹੈ, ਇੰਨਾ ਧਨਮਾਲ ਕਿਉਂ ਹੈ। ਜਿਹੜੇ ਜਿਹੜੇ ਸੰਸਾਰ 'ਚ ਗੁਰੂ ਕੇ ਸਿੱਖਾਂ ਨਾਲ ਗੁਰਮੁਖਾਂ ਨਾਲ ਈਰਖਾ ਕਰਦੇ ਆ, ਨੁਕਸਾਨ ਕਰਨਾ ਚਾਹੁੰਦੇ ਹਨ, ਉਹ ਸਾਧ ਸੰਗਤ ਜੀ ਤਬਾਹ ਹੋਏ ਵੇਖੇ। ਤੇ ਜਿਹੜਾ ਹੁਣ ਕਰੂਗਾ ਅੱਗੇ ਨੂੰ ਵੀ ਤਬਾਹ ਹੀ ਹੋਣਾ ਹੁਣ। ਇਸ ਕਰਕੇ ਗੁਰੂ ਮਹਾਰਾਜ ਨੇ ਬਚਨ ਕੇ ਭਗਤਾਂ ਨਾਲ, ਸੰਤਾਂ ਨਾਲ, ਮਹਾਂਪੁਰਖਾਂ ਨਾਲ ਭਾਈ ਮਨਮੁਖ ਬਣ ਕਰਕੇ ਕੋਈ ਜਿਹੜਾ ਹੈ ਨਾ ਉਹਨਾਂ ਦਾ ਹੱਕ ਨਹੀਂ ਦਬਾਉਣਾ ਚਾਹੀਦਾ, ਉਹਨਾਂ ਦੀ ਨਿਰਾਦਰੀ ਨਹੀਂ ਕਰਨੀ ਚਾਹੀਦੀ। ਇਹ ਰੱਬੀ ਨਿਆਏ ਹਜੂਰ ਫਰਮਾਉਂਦੇ ਹਨ। ਗੁਰਮੁਖ ਸਿਉ ਮਨਮੁਖ ਅੜੈ। ਜੇ ਮਹਾਰਾਜ ਕਹਿੰਦੇ ਭਾਈ ਗੁਰਮੁਖਾਂ ਨਾਲ ਮਨਮੁਖ ਅੜ ਪੈਣ, ਨਿਰਾਦਰੀ ਕਰਨਾ ਚਾਹਣ, ਬੇਅਦਬੀ ਕਰਨਾ ਚਾਹਣ, ਡੁੱਬੈ ਹੱਕ ਨਿਆ। ਮਹਾਰਾਜ ਕਹਿੰਦੇ ਭਾਈ ਹੱਕ ਦਾ ਸੱਚ ਦਾ ਨਿਆਂ ਪਰਮੇਸ਼ਰ ਡੋਬ ਦਿੰਦਾ, ਬਰਬਾਦ ਕਰ ਦਿੰਦਾ, ਉਹਨਾਂ ਨੂੰ ਤਬਾਹ ਹੋ ਜਾਂਦੇ ਸੰਸਾਰ ਦੇ ਅੰਦਰ ਮਨਮੁਖ ਜਿਹੜੇ ਗੁਰਮੁਖਾਂ ਦਾ ਨਿਰਾਦਰ ਕਰਦੇ ਆ। ਦੋਹਾਂ ਸਿਰਿਆ ਆਪੇ ਖਸਮ। ਹਜੂਰ ਕਹਿੰਦੇ ਗੁਰੂ ਅੰਗਦ ਸਾਹਿਬ ਜੀ ਕਿ ਦੋਹਾਂ ਸਿਰਿਆਂ ਦਾ ਮਾਲਕ ਉਹ ਪਰਮੇਸ਼ਰ ਖਸਮ ਆਪ ਹੀ ਹੈ। ਮਹਾਰਾਜ ਕਹਿੰਦੇ ਦੋ ਸਿਰੇ ਹਨ, ਮਨਮੁਖ ਤੇ ਗੁਰਮੁਖ, ਲੋਕ ਤੇ ਪਰਲੋਕ, ਆਸਤਕ ਤੇ ਨਾਸਤਕ। ਦੋਹਾਂ ਸਿਰਿਆਂ ਦਾ ਮਾਲਕ ਕਹਿੰਦੇ ਭਾਈ ਪਰਮੇਸ਼ਰ ਆਪ ਹੈ। ਜਦੋਂ ਉਹਦੇ ਹੱਥ 'ਚ ਹੀ ਹੈ ਸਭ ਕੁਝ, ਫਿਰ ਕਿਦਵੇਂ ਮਨਮੁਖ ਭੱਜ ਕਿੱਥੇ ਜਾਊਗਾ? ਬਚ ਕਰਕੇ ਭੱਜ ਨਹੀਂ ਸਕਦਾ। ਪਰਮੇਸ਼ਰ ਦੇ ਕੋਲੋਂ ਕੋਈ ਕਿੱਥੇ ਨੱਸ ਸਕਦਾ ਹੈ? ਇਉਂ ਇਸ ਕਰਕੇ ਡਰ ਮੰਨਣਾ ਚਾਹੀਦਾ ਹੈ। ਤੇ ਸ਼ਕਤੀ ਤਾਂ ਥੋੜੀ ਬਹੁਤੀ ਹੁੰਦੀ ਹੈ, ਕਿੱਥੇ ਸੰਤਾਂ ਨਾਲ ਹੀ ਜਾ ਕੇ ਕੋਈ ਜਿਹੜਾ ਰੱਬ ਦੇ ਪਿਆਰ 'ਚ ਭਿੱਜੇ ਰਹਿੰਦੇ ਆ। ਮਹਾਰਾਜ ਨੇ ਉਹਨਾਂ ਦੀ ਬਾਬਤ ਆਖਿਆ ਕਿ ਸੰਤਨ ਛੇਤੀ ਮਸ਼ਕਰੀ ਕੁੱਲ ਡੋਬਨ ਕੀ ਰੀਤ। ਕੁੱਲਾਂ ਦੀਆਂ ਕੁੱਲਾਂ ਹੀ ਡੁੱਬ ਜਾਂਦੀਆਂ। ਇਸ ਕਰਕੇ ਭਾਈ ਸੰਤਾਂ ਨਾਲ ਨਹੀਂ ਕੋਈ ਹੋ ਜਾ ਦੁਰਵਿਹਾਰ ਕਰਨਾ ਚਾਹੀਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਡੁੱਬ ਜਾਂਦੇ ਆ, ਤਬਾਹ ਹੋ ਜਾਂਦੇ ਆ ਉਹ ਲੋਕ ਜਿਹੜੇ ਰੱਬ ਦੇ ਪਿਆਰਿਆਂ ਨਾਲ ਇਉਂ ਨਿਰਾਦਰੀ ਕਰਦੇ ਆ, ਦੁਰਵਿਹਾਰ ਕਰਦੇ ਆ। ਵੇਖੈ ਕਰ ਵਿਉਪਾਏ। ਵੇਖੈ ਕਰ ਵਿਉਪਾਏ। ਮਹਾਰਾਜ ਕਹਿੰਦੇ ਭਾਈ ਭਾਵੇਂ ਕੋਈ ਵਿਉਪਾਏ ਨਿਰਣਾ ਕਰਕੇ ਵੇਖ ਲਓ, ਭਾਈ ਕੋਈ ਪ੍ਰਤਿਆ ਕੇ ਵੇਖ ਲਿਓ ਭਾਵੇਂ। ਮਹਾਰਾਜ ਕਹਿੰਦੇ ਭਾਈ ਉਹ ਆਪਣੀ ਤਬਾਹੀ ਨੂੰ ਆਪ ਸੱਦਾ ਦੇਊਗਾ ਜਿਹੜਾ ਗੁਰੂ ਘਰ ਨਾਲ ਵੈਰ ਪਾਊਗਾ। ਜਿਨ ਜਿਨ ਪਾਇਆ ਹੈ ਪਹਿਲੋਂ। ਇਹ ਤਾਂ ਸਾਧ ਸੰਗਤ ਜੀ ਹੁਣ ਦੇਖ ਲਓ, ਇਹ ਸੰਸਾਰ ਚਲਿਆ ਹੀ ਆ ਰਿਹਾ ਹੈ ਨਾ। ਅਬਦਾਲੀ ਨੇ ਗੁਰੂ ਘਰ ਨਾਲ ਵੈਰ ਕੀਤਾ ਸੀ, ਕਹਿੰਦਾ ਹਰਮੰਦਰ ਸਾਹਿਬ ਮੈਂ ਨਾ ਢਾਹ ਹੀ ਦੇਣਾ, ਸਰੋਵਰ ਪੂਰ ਦੇਣਾ। ਤੇ ਉਹ ਕਿਸੇ ਤਾਂ ਕੀ ਮਾਰਨਾ ਸੀ, ਰੱਬੀ ਨੇ ਆਈ ਇਹੋ ਜਿਹਾ ਵਰਤਿਆ ਜਦੋਂ ਉਹਨੇ ਬਰੂਦ ਦਾ ਕੁੱਪਾ ਦਾਗ ਕੇ ਜਿਹੜੇ ਤੋਪ ਦੇ ਗੋਲੇ ਛੱਡੇ ਨਾ, ਸ੍ਰੀ ਹਰਮੰਦਰ ਸਾਹਿਬ ਚੋਂ ਇੱਕ ਇੱਟ ਇਹੋ ਜੀ ਉੱਡੀ ਤੇ ਉਹਦੇ ਨੱਕ ਤੇ ਆ ਕਰਕੇ ਵੱਜੀ। ਉਸ ਨੱਕ ਵਿੱਚ ਹੀ ਪਾਕ ਪੈਣ ਕਰਕੇ ਗਲ ਗਲ ਕੇ ਮੂੰਹ ਹੀ ਸਾਰਾ ਗਲ ਗਿਆ ਸੀ ਤੇ ਫਿਰ ਤੜਫ ਤੜਫ ਕੇ ਮਰਿਆ ਸੀ। ਮੁਰ ਪੰਜਾਬ ਦੀ ਧਰਤੀ ਨੂੰ ਨਹੀਂ ਵਾਪਸ ਆ ਸਕਿਆ। ਇਹੋ ਜਿਹਾ ਰੱਬੀ ਨਿਆਂ ਵਰਤਦਾ। ਜਿਹੜੀ ਮਰਜੀ ਕਥਾ ਕਹਾਣੀ ਕੱਢ ਕੇ ਵੇਖ ਲਓ, ਜਿਸ ਜਿਸ ਨੇ ਰੱਬ ਦੇ ਪਿਆਰੇ ਨੂੰ ਸਾਧ ਸੰਗਤ ਜੀ ਬੁਰਾ ਕਿਹਾ, ਨਰਾਦਰ ਕੀਤਾ, ਦੁਰਵਿਹਾਰ ਕੀਤਾ ਹੈ, ਗੁਰੂ ਕਿਆਂ ਤੇ ਵਾਧਾ ਕੀਤਾ ਹੈ, ਉਹਦਾ ਮਹਾਰਾਜ ਕਹਿੰਦੇ ਭਾਈ ਕਦੇ ਵੀ ਭਲਾ ਨਹੀਂ ਹੋਇਆ,
ਤਬਾਹ ਹੋ ਗਏ, ਬਰਬਾਦ ਹੋ ਗਏ। ਇਹ ਮਹਾਰਾਜ ਕਹਿੰਦੇ ਭਾਈ ਨਿਰਣਾ ਕਰਕੇ ਭਾਵੇਂ ਕੋਈ ਵੇਖ ਲਵੇ ਫਿਰ ਪੜ੍ਹ ਦਿਓ। ਦੋਹਾਂ ਸਿਰਿਆ ਆਪੇ ਖਸਮ, ਦੋਹਾਂ ਸਿਰਿਆਂ ਦਾ ਮਹਾਰਾਜ ਕਹਿੰਦੇ ਲੋਕ ਪਰਲੋਕ ਦਾ ਮਾਲਕ ਮੇਰਾ ਵਾਹਿਗੁਰੂ ਆਪ ਹੀ ਹੈ। ਤੇ ਪਰਲੋਕ ਵਿੱਚ ਵੀ ਕਿੱਥੋਂ ਬਚਣਗੇ ਫਿਰ ਉਹ? ਉੱਥੇ ਵੀ ਨਰਕਾਂ 'ਚ ਸਾਧ ਸੰਗਤ ਜੀ ਸਜ਼ਾਵਾਂ ਮਿਲਦੀਆਂ ਹਨ। ਵੇਖੈ ਕਰ ਵਿਉਪਾਰ, ਇਹ ਵੇਖਦਾ ਹੈ ਪਰਮੇਸ਼ਰ ਆਪ ਨਿਰਣਾ ਕਰਕੇ, ਕੋਈ ਹੋਰ ਨਹੀਂ ਹੈ। ਕੋਈ ਆਪਣੇ ਆਪ 'ਚ ਦਾਅਵਾ ਕਰੇ ਕਿ ਮੈਂ ਤਾਂ ਭਾਈ ਗੁਰਮੁਖ ਵਾਂ, ਕਿਉਂਕਿ ਉਹ ਆਪਣੇ ਆਪ 'ਚ ਦਾਅਵੇ ਤਾਂ ਇਹੀ ਕਰਦੇ ਹਨ। ਸੰਸਾਰ ਦੇ ਅੰਦਰ ਸਾਧ ਸੰਗਤ ਜੀ ਖਬਰਾਂ ਕਿਹੋ ਜੀਆਂ ਬਣਾ ਪੇਸ਼ ਕਰਦੇ, ਅੱਜ ਤੋਂ ਇੰਨੀ ਧੁਰੋਂ ਹੀ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਬਾਬਤ ਆਪਾਂ ਸ਼ਹੀਦੀ ਦਿਹਾੜਾ ਮਹਾਰਾਜ ਦਾ ਲੰਘਿਆ ਤੇ ਉਹਨਾਂ ਨੇ ਕੀ ਮਹਾਰਾਜ ਸਾਹਿਬ ਜੀ ਦਾ ਸਰੂਪ ਸਾਹਮਣੇ ਬਣਾ ਕੇ ਦੁਨੀਆ ਦੇ ਪੇਸ਼ ਕਰਦੇ ਸੀ, ਜਿਨ੍ਹਾਂ ਤੋਂ ਕੁੱਲ ਦੁਨੀਆ ਦਾ ਭਲਾ ਹੋ ਰਿਹਾ ਹੈ। ਤੇ ਪਾਪੀ ਚੰਦੂ ਕਹਿੰਦਾ ਹੈ ਕਿ ਠੱਗੀਆਂ ਮਰਾਉਂਦੇ ਆ ਤੇ ਇਹਨਾਂ ਚੋਰ ਰੱਖੇ ਆ, ਠੱਗ ਰੱਖੇ ਆ, ਜਿਹੜੇ ਸਿੱਖ ਸਤਿਗੁਰੂ ਦੇ ਜੀਵਨ ਮੁਕਤ ਜਿਨ੍ਹਾਂ ਦਾ ਦਰਸ਼ਨ ਕਰਕੇ ਪਾਪੀਆਂ ਦੇ ਰਿਹਦੇ ਠਰਦੇ ਆ। ਤੇ ਸਾਧ ਸੰਗਤ ਜੀ ਉਹਨਾਂ ਸਤਿਗੁਰਾਂ ਦੀ ਬਾਬਤ ਇਹ ਕੀ ਪੇਸ਼ ਕੀਤਾ ਚਿਹਰਾ ਮਹਾਰਾਜ ਸਾਹਿਬ ਦਾ ਦੁਨੀਆ ਦੇ ਸਾਹਮਣੇ, ਤੇ ਪਰ ਕੀ ਉਹਦਾ ਚਾਰਾ ਕੋਈ ਚੱਲਿਆ? ਹਾਲਤ ਉਹਦੀ ਕੀ ਹੋਈ? ਨਾਗਾਂ ਨੂੰ ਹੱਥ ਪਾਇਆ ਤੇ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੱਥ ਨੰਗਾਈ ਫਿਰ ਉਹਦੇ ਨੱਕ ਦੇ ਵਿੱਚ ਦੀ। ਤੇ ਕੀ ਹਾਲਤ ਕੀਤੀ? ਸਿੱਖਾਂ ਨੇ ਕੁੱਤਿਆਂ ਵਿੱਚ ਰੱਖਿਆ। ਜਿੱਥੇ ਕੁੱਤਿਆਂ ਨੂੰ ਰੋਟੀ ਪਾਉਂਦੇ ਉੱਥੇ ਪਾਉਂਦੇ ਸੀ ਚੰਦੂ ਨੂੰ। ਤੇ ਕਿੱਥੇ ਉਹ ਅੱਜ ਦੇ ਵੇਲੇ ਰਾਸ਼ਟਰਪਤੀ ਨਾਲੋਂ 10 ਗੁਣਾ ਵੱਧ ਤਾਕਤ ਰਖਾਉਂਦਾ ਸੀ ਚੰਦੂ। ਛੋਟੀ ਮੋਟੀ ਸ਼ਕਤੀ ਨਹੀਂ ਸੀਗਾ, ਉਹਦੇ ਹੁਕਮ 'ਚ ਸਾਰਾ ਹਿੰਦੁਸਤਾਨ ਚੱਲਦਾ ਸੀ। ਬਾਦਸ਼ਾਹ ਤੋਂ ਥਿਲੜੀ ਪਦਵੀ ਸੀ ਉਸ ਦੀ, ਪਰ ਸਤਿਗੁਰੂ ਜੀ ਦੇ ਨਾਲ ਹੱਥ ਪਾ ਲਿਆ, ਗੁਰੂ ਘਰ ਨਾਲ ਉਸਨੇ ਵੈਰ ਪਾ ਲਿਆ ਤੇ ਸਮਝਦਾ ਸੀ ਕਿ ਮੈਂ ਬਹੁਤ ਤਾਕਤ ਦਾ ਮਾਲਕ ਵਾਂ। ਤੇ ਹਾਲਤ ਵੇਲੋ ਉਹਦੀ ਕੀ ਹੋਈ ਵੇਖੋ ਕਰਵੇ ਉਹ ਪਾਏ। ਮਹਾਰਾਜ ਕਹਿੰਦੇ ਭਾਈ ਨਿਰਣਾ ਕਰਕੇ ਭਾਵੇਂ ਕੋਈ ਵੇਖ ਲਓ, ਇਹ ਪਰਮੇਸ਼ਰ ਦਾ ਨਿਆਂ ਹੈ। ਅਥਵਾ ਪਰਮੇਸ਼ਰ ਵੀ ਉਹ ਪਾਏ ਨਿਰਣਾ ਕਰਕੇ ਮਹਾਰਾਜ ਕਹਿੰਦੇ ਭਾਈ ਵੇਖਦਾ ਹੈ ਤੇ ਮਨਮੁਖ ਨੂੰ ਫਿਰ ਛੱਡਦਾ ਨਹੀਂ, ਤਬਾਹ ਕਰ ਦਿੰਦਾ। ਵਾਹਿਗੁਰੂ ਨਾਨਕ ਏਵੈ ਜਾਣੀਐ, ਹਜੂਰ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਭਾਈ ਇਸ ਤਰ੍ਹਾਂ ਹੀ ਪਰਮੇਸ਼ਰ ਦਾ ਭਾਣਾ ਹੈ, ਜਾਣਨਾ ਕਰੋ। ਸਭ ਕਿਛ ਤਿਸ ਹੈ ਰਜਾ, ਸਾਰਾ ਕੁਝ ਮਹਾਰਾਜ ਕਹਿੰਦੇ ਤਿਸ ਪਰਮੇਸ਼ਰ ਦੀ ਰਜਾ ਵਿੱਚ ਹੀ ਹੈ, ਵਾਹਿਗੁਰੂ ਦੀ ਆਗਿਆ ਹੀ ਹੈ ਐਸੀ। ਇਸ ਕਰਕੇ ਪਰਮੇਸ਼ਰ ਦੀ ਆਗਿਆ ਵਿੱਚ ਜੋ ਕੁਝ ਵਰਤ ਰਿਹਾ ਹੈ ਉਹਦੇ ਤੋਂ ਫਿਰ ਸਾਧ ਸੰਗਤ ਜੀ ਕਿਵੇਂ ਕੋਈ ਜਿਹੜਾ ਹੈ ਕਹੇ ਕਿ ਮੈਂ ਬਚ ਸਕਦਾ ਹਾਂ? ਨਿਰੰਕਾਰ ਦੀ ਸ਼ਕਤੀ ਦੇ ਅੱਗੇ ਕੋਈ ਤਾਕਤਵਰ ਨਹੀਂ ਹੈ ਜਿਹੜਾ ਕਿ ਨਿਰੰਕਾਰ ਦੀ ਸ਼ਕਤੀ ਨੂੰ ਹੀ ਚੁਣੌਤੀ ਦੇ ਸਕੇ। ਜਿਹੜੇ ਦਿੰਦੇ ਐ ਉਹਨਾਂ ਦੀ ਫਿਰ ਹਾਲਤ ਇਹੀ ਹੁੰਦੀ ਹੈ, ਪਰਮੇਸ਼ਰ ਦੀ ਰਜਾ ਹੀ ਹੈ, ਵਾਹਿਗੁਰੂ ਦੀ ਆਗਿਆ ਹੀ। ਮਹਾਰਾਜ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਭਾਈ ਐਸੀ ਹੈ। ਇਸ ਕਰਕੇ ਜਿਹੜੇ ਕੋਈ ਭਜਨੀਕ ਹੈ, ਗੁਰਮੁਖ ਹੈ, ਨਾਮ ਜਪਣ ਵਾਲੇ ਹੈ, ਸੁਤੇ ਵੀ ਸਾਧ ਸੰਗਤ ਜੀ ਉਹਨਾਂ ਨੂੰ ਬੁਰਾ ਨਹੀਂ ਕਹਿਣਾ ਚਾਹੀਦਾ। ਸੁਤੇ ਵੀ ਉਹਨਾਂ ਨੂੰ ਜਿਹੜਾ ਹੈ ਕਦੇ ਉਹਨਾਂ ਦੀ ਪਿੱਠ ਪਿੱਛੇ ਵੀ ਮਾੜਾ ਨਹੀਂ ਬੋਲਣਾ ਚਾਹੀਦਾ। ਮੂੰਹ ਤੇ ਕਿਹਾ ਤਾਂ ਉਹਨਾਂ ਤੇ ਭਾਵੇਂ ਕੁਝ ਨਹੀਂ ਕਹਿਣਾ, ਪਰ ਵਾਹਿਗੁਰੂ ਜੀ ਵੇਖਦੇ ਆ ਫਿਰ। ਤੇ ਨਿਰੰਕਾਰ ਜਿਹੜਾ ਹੈ ਆਪਣੇ ਭਗਤ ਦੀ ਨਿੰਦਾ ਨਹੀਂ ਵਾਹਿਗੁਰੂ ਜੀ ਸਹਾਰਦੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਆ ਨਾਨਕ ਏਵੈ ਜਾਣੀਐ। ਮਹਾਰਾਜ ਕਹਿੰਦੇ ਭਾਈ ਇਸੇ ਤਰ੍ਹਾਂ ਹੀ ਪਰਮੇਸ਼ਰ ਦਾ ਹੁਕਮ ਹੈ, ਜਾਣਨਾ ਕਰੋ। ਸਭ ਕਿਛ ਤਿਸ ਹੈ ਰਜਾ, ਸਭ ਕੁਝ ਪਰਮੇਸ਼ਰ ਦੀ ਰਜਾ 'ਚ ਹੀ ਹੈ। ਜਿਵੇਂ ਖਡੂਰ ਸਾਹਿਬ ਦੇ ਸਿੱਖਾਂ ਨੂੰ ਫਿਰ ਚਿੰਤਾ ਹੋਈ ਕਿ ਉਹ ਅਸੀਂ ਮਾੜਾ ਕੀਤਾ, ਨਹੀਂ ਮਹਾਰਾਜ ਕਹਿੰਦੇ ਭਾਈ ਰਜਾ ਹੀ ਹੈ, ਹੁਣ ਤੁਸੀਂ ਚਿੰਤਾ ਨਾ ਕਰੋ। ਸਤਿਗੁਰੂ ਜੀ ਕਹਿੰਦੇ ਭਾਈ ਨਿਰੰਕਾਰ ਦੀ ਆਗਿਆ ਹੀ ਐਸੀ ਹੈ। ਜਦੋਂ ਮਹਾਰਾਜ ਇਹ ਵਾਕ ਕਹੇ ਸੀ ਫਿਰ ਬਾਬਾ ਬੁੱਢਾ ਸਾਹਿਬ ਨੇ ਆਖਿਆ ਕਿ ਮਹਾਰਾਜ ਫਿਰ ਚਰਨੀ ਲਾਓ ਉਹਦੇ ਸੇਵਕ ਨੂੰ, ਮਹਾਰਾਜ ਇਹਨਾਂ ਨੂੰ ਕਿਉਂ ਆਪ ਖਫੇ ਹੋ? ਫਿਰ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਚਰਨੀ ਲਾਇਆ ਸੀ, ਸੱਚੇ ਪਾਤਸ਼ਾਹ ਦੇ ਕੰਠ ਲਾ ਲਿਆ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ। ਇਹ ਵਾਕ ਮਹਾਰਾਜ ਜੀ ਨੇ ਛਾਪਰੀ ਸਾਹਿਬ ਗਰੀਬ ਨਵਾਜ ਨੇ ਕਹੇ ਸੀਗੇ। ਮਹੱਲਾ ਦੂਜਾ। ਧੰਨ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਫਰਮਾਉਂਦੇ ਹਨ ਨਾਨਕ ਪਰਖੇ ਆਪ ਕਾ। ਇਹ ਫਿਰ ਮਹਾਰਾਜ ਨੂੰ ਖਡੂਰ ਸਾਹਿਬ ਦੇ ਸਿੱਖ ਜਦੋਂ ਲੈ ਆਏ ਬੇਨਤੀ ਕਰਕੇ, ਸਤਿਗੁਰੂ ਜੀ ਫਿਰ ਸਾਧ ਸੰਗਤ ਜੀ ਇੱਥੇ ਆ ਗਏ ਖਡੂਰ ਸਾਹਿਬ। ਮਹਾਰਾਜ ਦੇ ਵਾਕ ਉਹ ਬਾਣੀ ਵਿੱਚ ਵੀ ਹਨ, ਫੇਰ ਵਸਾਇਆ ਫੇਰੋ ਆਣ ਸਤਿਗੁਰ ਖਾਡੂਰ। ਮਹਾਰਾਜ ਸਾਹਿਬ ਨੇ ਫਿਰ ਦੁਬਾਰਾ ਆ ਕਰਕੇ ਖਡੂਰ ਸਾਹਿਬ ਨੂੰ ਵਸਾਉਣਾ ਕੀਤਾ। ਕਈ ਵਾਰੀ ਨਾ ਖਡੂਰ ਸਾਹਿਬ ਦੇ ਤਾਂ ਕਿਸੇ ਸਿੱਖ ਨੇ ਕਦੇ ਇਹ ਸ਼ੰਕਾ ਨਹੀਂ ਕੀਤੀ, ਪਰ ਕਈ ਵਾਰੀ ਜਿੱਥੋਂ ਦੇ ਸਾਧ ਸੰਗਤ ਜੀ ਇਤਿਹਾਸਕ ਘਟਨਾਵਾਂ ਹਨ ਇਹ ਖਡੂਰੀਆਂ ਦੀ ਯਾਦ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਕਹੇ ਹੋਏ ਵਾਕ ਜਿਹੜੇ ਉਹ ਢਾਡੀ ਹੁਣ ਜਦੋਂ ਦਿਨ ਦਿਹਾੜਾ ਆਵੇ ਉਹ ਸੁਣਾਉਂਦੇ ਆ ਵਾਰਾਂ,
ਤੇ ਉਹ ਰੋਪੜ ਦੀ ਸਾਖੀ ਸੁਣਾਉਣ ਕਿ ਮਹਾਰਾਜ ਨੂੰ ਇਹਨਾਂ ਨੇ ਘਰ 'ਚ ਥਾਂ ਨਹੀਂ ਦਿੱਤੀ, ਕਿਹਾ ਕਿ ਮਹਾਰਾਜ ਬਲ ਦਾ ਪੱਠਾ ਹੈ। ਉਹ ਉੱਠ ਕੇ ਝਗੜਾ ਕਰਨ ਲੱਗੇ ਕਿ ਸਾਨੂੰ ਇਉਂ ਕਿਉਂ ਕਹਿੰਦੇ ਹੋ। ਕਹਿੰਦੇ ਭਾਈ ਉਹ ਤੁਹਾਡੇ ਵਡੇਰਿਆਂ ਕੀਤਾ, ਸਾਡਾ ਕੀ ਕਸੂਰ ਹੈ। ਤੇ ਬਖਸ਼ਿਸ਼ਾਂ ਤੇ ਉੱਥੇ ਮਹਾਰਾਜ ਸਾਹਿਬ ਦੀਆਂ ਹੋਈਆਂ। ਹੁਣ ਜਿੱਥੇ ਬਚਨ ਹੋਏ ਹੈ ਲਾਹੌਰੀਆਂ ਦੀ, ਤਾਂ ਹੀ ਗੁਰੂ ਨਾਨਕ ਸਾਹਿਬ ਨੇ ਬਚਨ ਕਰਤਾ ਤੇ ਉਹ ਕਿੰਨੀ ਵਾਰੀ ਬਖਸ਼ਾਉਣ ਆਏ। ਫਿਰ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਬਖਸ਼ਿਆ। ਫਿਰ ਸਾਧ ਸੰਗਤ ਜੀ ਲਾਹੌਰੀਆਂ ਨੇ ਬਾਬਾ ਰਾਮ ਰਾਏ ਜੀ ਨੂੰ ਮਹਾਰਾਜ ਆਖਿਆ ਕਿ ਭਾਈ ਕੋ ਮੂੰਹ ਨਾ ਲਾਵੇ, ਕੋਈ ਟਕਾ ਨਾ ਚੜਾਵੇ। ਤੇ ਉਹਨਾਂ ਆਖਿਆ ਕਿ ਗੁਰੂ ਕੇ ਪੁੱਤਰ ਵੈ ਤੇ ਚਲੋ ਮਾਇਆ ਨਾ ਚੜਾਓ, ਟਕਾ ਇੱਕ ਵੀ ਟਕਾ ਭਾਵ ਕੋਈ ਮਾਇਆ ਨਾ ਚੜਾਓ ਤੇ ਸੋਨਾ ਚੜਾ ਦਿਓ, ਤੇ ਵੀ ਸਾਨੂੰ ਸਰਾਪ ਨਾ ਦੇਣ, ਗੁਰੂ ਕੇ ਪੁੱਤਰ ਹੈ ਸ਼ਕਤੀ ਵਾਲੇ। ਮਹਾਰਾਜ ਗੁਰੂ ਹਰਿਰਾਏ ਸਾਹਿਬ ਨੂੰ ਪਤਾ ਲੱਗਾ ਕਿ ਮਹਾਰਾਜ ਜੀ ਇਹ ਸਿੱਖਾਂ ਨੇ ਤਾਂ ਲਾਹੌਰ ਦੇ ਸਿੱਖਾਂ ਨੇ ਸੋਨਾ ਚਾਂਦੀ ਚੜਾਇਆ ਬਾਬਾ ਰਾਮ ਰਾਏ ਆਪਦੇ ਪੁੱਤਰ ਨੂੰ। ਹਜ਼ੂਰ ਨੇ ਕਿਹਾ ਲਾਹੌਰੀਏ ਅੰਦਰੋਂ ਖੋਟੇ ਹੋਣਗੇ, ਦਿਲ ਦੇ ਸਾਫ਼ ਨਹੀਂ ਹੋਣਗੇ। ਮਹਾਰਾਜ ਦਾ ਬਚਨ ਚੱਲ ਗਿਆ। ਫਿਰ ਸਾਧ ਸੰਗਤ ਜੀ ਜਦੋਂ 10ਵੇਂ ਪਾਤਸ਼ਾਹ ਜੀ ਮਹਾਰਾਜ ਦਾ ਆਨੰਦ ਕਾਰਜ ਹੋਇਆ ਨਾ, ਲਾਹੌਰ ਦੇ ਰਹਿਣ ਵਾਲੇ ਸੁਪਿੱਖੀਏ ਮਾਤਾ ਅਜੀਤ ਕੌਰ ਜੀ ਦੇ ਪਿਤਾ ਜੀ ਨੇ ਜਦੋਂ ਨਾਤਾ ਕੀਤਾ ਆ ਕਰਕੇ, ਉਦੋਂ ਫਿਰ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਲਾਹੌਰੀਏ ਬਖਸ਼ ਦਿੱਤੇ ਸੀ ਸਤਿਗੁਰਾਂ ਜੀ ਨੇ। ਇਹ ਤਾਂ ਮਹਾਰਾਜ ਦੀ ਮੌਜ ਹੈ ਨਾ ਭਾਈ, ਜਦੋਂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਣਾ ਚਾਹਣ ਤੇ ਬਖਸ਼ ਸਕਦੇ ਆ, ਪਰ ਇਤਿਹਾਸਕ ਤੱਥਾਂ ਨੂੰ ਝਠਲਾਉਣਾ ਨਹੀਂ ਚਾਹੀਦਾ। ਤੇ ਜਿਵੇਂ ਉਹ ਮਾਓ ਸਾਹਿਬ ਵੀ ਹਰੇਕ ਸਾਲ ਉਹ ਜੋੜ ਮੇਲਾ ਮਨਾਉਂਦੇ ਮਹਾਰਾਜ ਦੇ ਵਿਆਹ ਦਾ, ਗੁਰੂ ਅਰਜਨ ਸਾਹਿਬ ਦੇ, ਤੇ ਉੱਥੇ ਉਹ ਸਿੱਖ ਮੈਨੂੰ ਦੱਸਦੇ ਸੀਗੇ ਸਿੰਘ ਕਿ ਢਾਡੀ ਸਿੰਘ ਵਾਰ ਗਾਉਣ ਤੇ ਉਹ ਪਿੰਡ ਵਾਲਿਆਂ ਉੱਠ ਕੇ ਝਗੜਾ ਕਰ ਲਿਆ ਵੀ ਤੁਸੀਂ ਹਰ ਸਾਲ ਸਾਡੀ ਬੇਇੱਜ਼ਤੀ ਬੜੀ ਕਰਦੇ ਇੱਥੇ ਆ ਕੇ। ਉਹ ਕਹਿੰਦੇ ਵੀ ਸਾਡਾ ਕੀ ਕਸੂਰ ਹੈ, ਤੁਸੀਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੂੰ ਨਾ ਪਰਖਦੇ, ਤੁਹਾਡੇ ਵੱਡਿਆਂ ਨੇ ਪਰਖਣ ਦੀ ਜ਼ਰੂਰਤ ਕੀਤੀ, ਹੁਣ ਅਸੀਂ ਇਤਿਹਾਸ ਕਿਵੇਂ ਬਦਲ ਦਈਏ। ਇਹ ਥੋੜਾ ਹੋਏ ਕਿ ਅਸੀਂ ਆ ਕੇ ਬੜਾ ਮਾਓ ਸਾਹਿਬ ਵਾਲਿਆਂ ਦੀਆਂ ਸਿਫਤਾਂ ਕਰ ਕਰਕੇ ਚੱਲ ਜਾਈਏ ਤੇ ਇਤਿਹਾਸ ਕਿਵੇਂ ਅਸੀਂ ਵਿਗਾੜ ਦਈਏ। ਹੁਣ ਇਤਿਹਾਸ ਨਹੀਂ ਬਦਲ ਸਕਦੇ। ਤੇ ਫਿਰ ਇਹ ਵੀ ਹੈ, ਤੁਹਾਨੂੰ ਮਾਤਾ ਗੰਗਾ ਜੀ ਨੇ ਮਾਫੀ ਵੀ ਤਾਂ ਲੈ ਕੇ ਦਿੱਤੀ ਹੈ ਨਾ, ਤੇ ਮਾਫ ਵੀ ਤਾਂ ਮਹਾਰਾਜ ਕੀਤਾ ਹੀ ਹੈ ਨਾ। ਇਸ ਕਰਕੇ ਭਾਈ ਗੁੱਸਾ ਨਹੀਂ ਕਰਨਾ ਚਾਹੀਦਾ। ਜਿਹੜੇ ਸਿਆਣੇ ਸਿੱਖ ਆ ਉਹ ਨਹੀਂ ਕਦੇ ਵੀ ਗੁੱਸਾ ਕਰਦੇ, ਉਹਨਾਂ ਨੂੰ ਪਤਾ ਹੈ ਕਿ ਮਹਾਰਾਜ ਸਾਨੂੰ ਚਰਨੀ ਵੀ ਤਾਂ ਫਿਰ ਲਾਇਆ ਹੀ ਹੈ ਨਾ। ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਖਡੂਰ ਸਾਹਿਬ ਦੀ ਮਹਿਮਾ ਹੀ ਕਹੀ ਹੈ ਕਿ ਵਰਿਆ ਦਰਗਹ ਗੁਰੂ ਕੀ ਕੁਦਰਤੀ ਨੂਰ। ਉੱਥੇ ਹੀ ਕੁਦਰਤ ਦੇ ਨੂਰ ਦੀ ਵਰਸ਼ਾ ਹੁੰਦੀ ਸੀ। ਸੱਚੇ ਪਾਤਸ਼ਾਹ ਦੇ ਦਰਸ਼ਨ ਵੇਖ ਵੇਖ ਕੇ ਜੀਆਂ ਦੇ ਸਾਧ ਸੰਗਤ ਜੀ ਕੋੜ ਟੁੱਟਦੇ ਸੀਗੇ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖਡੂਰ ਸਾਹਿਬ ਇਹੋ ਜਿਹਾ ਸੁੰਦਰ ਨਗਰ ਵਸਾਇਆ। ਉਹਦੀ ਫਿਜ਼ਾ ਵਿੱਚ ਅੱਜ ਵੀ ਸਤਿਗੁਰਾਂ ਜੀ ਦਾ ਉਹ ਇਹੋ ਜਿਹਾ ਸਾਧ ਸੰਗਤ ਜੀ ਤੇਜ ਤਪ ਹੈ ਕਿ ਗਰੀਬ ਨਵਾਜ਼ ਸੱਚੇ ਪਾਤਸ਼ਾਹ ਦੀ ਉਹ ਨਗਰੀ ਬਹੁਤ ਸ਼ਾਂਤੀ ਪੂਰਵਕ ਸਾਧ ਸੰਗਤ ਜੀ ਆਏ ਗਿਆਂ ਨੂੰ ਬੜਾ ਹੀ ਉੱਥੇ ਆਨੰਦ ਤੇ ਸੁਖ ਬਖਸ਼ਦੀ ਹੈ। ਬੜੀ ਸੱਚੇ ਪਾਤਸ਼ਾਹ ਦੇ ਅਸਥਾਨਾਂ 'ਚ ਅੱਜ ਵੀ ਸ਼ਕਤੀ ਉੱਥੇ ਵਰਤਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਦਾ ਅਸਥਾਨ ਗੁਰਦੁਆਰਾ ਮਲਗੜ੍ਹ ਅਖਾੜਾ ਸਾਹਿਬ ਹੈ। ਬਹੁਤ ਮਹਾਰਾਜ ਦੇ ਪਵਿੱਤਰ ਸਥਾਨ ਅੱਜ ਵੀ ਸੰਗਤਾਂ ਦਰਸ਼ਨ ਕਰਦੀਆਂ ਹਨ। ਇਹ ਫਿਰ ਸ਼ਬਦ ਜਿਹੜਾ ਅਗਲਾ ਹੈ, ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਖਡੂਰ ਸਾਹਿਬ ਆ ਕੇ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ। ਸਿੱਖ ਮਹਾਰਾਜ ਨੂੰ ਬੇਨਤੀਆਂ ਕਰਦੇ, ਜੋ ਪੁੱਛਦੇ ਹਨ ਹਜੂਰ ਉੱਤਰ ਵਿੱਚ ਬਖਸ਼ਿਸ਼ ਕਰਦੇ ਹਨ। ਨਾਨਕ ਪਰਖੇ ਆਪ ਕੋ। ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਇਹਨਾਂ ਨੇ ਪੁੱਛਿਆ ਕਿ ਮਹਾਰਾਜ ਕੋ ਪਾਰਖੂ ਜਿਹੜਾ ਹੈ ਉਹ ਕਿਹੋ ਜਿਹਾ ਹੋਣਾ ਚਾਹੀਦਾ ਹੈ, ਅਸਲੀ ਪਾਰਖੂ ਕਿਹੜਾ ਹੁੰਦਾ ਹੈ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ ਹੈ, ਆਰੰਭ ਤੋਂ ਹੀ ਪੜੋ। ਨਾਨਕ ਪਰਖੇ ਆਪ ਕੋ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜਾ ਆਪਣੇ ਆਪ ਨੂੰ ਪਰਖੇ ਕਿ ਮੇਰੇ ਵਿੱਚ ਕਿੰਨੇ ਕੁ ਵਕਾਰ ਵੈ, ਕਿੰਨੇ ਕੁ ਗੁਣ ਵੈ, ਜਿਹੜਾ ਮਹਾਰਾਜ ਕਹਿੰਦੇ ਭਾਈ ਆਪਣੇ ਆਪ ਦੀ ਪਰਖ ਕਰਨਾ ਕਰੇ ਤਾਂ ਪਾਰਖ ਜਾਣ। ਤਾਂ ਜਾਣੋ ਕਿ ਉਹ ਅਸਲੀ ਪਾਰਖੂ ਹੈ। ਜਿਹੜਾ ਦੂਸਰੇ ਨੂੰ ਪਰਖਦਾ ਫਿਰੇ, ਦੂਸਰੇ ਦੀ ਬਾਬਤ ਪਤਾ ਹੁੰਦਾ, ਉਹ ਨਾ ਜੀ ਛੱਡੋ, ਉਹਦਾ ਸੁਭਾਅ ਬੜਾ ਕਰੋਧੀ ਹੈ, ਉਹ ਤਾਂ ਬੜਾ ਲਾਲਚੀ ਹੈ, ਦੂਜੇ ਬਾਰੇ ਬੜਾ ਪਰਖ ਕੇ ਜਾਣ ਕੇ ਦੱਸਦੇ ਆ। ਪਰ ਮਹਾਰਾਜ ਕਹਿੰਦੇ ਭਾਈ ਆਪਣੇ ਬਾਰੇ ਵੀ ਨਹੀਂ ਪਰਖਿਆ ਕਦੇ, ਤਾਂ ਫਿਰ ਕਾਹਦਾ ਪਾਰਖੂ ਹੈ। ਪਰਖਣਾ ਤਾਂ ਆਪਣੇ ਆਪ ਨੂੰ ਚਾਹੀਦਾ ਹੈ। ਤੇ ਇਉਂ ਮਹਾਰਾਜ ਕਹਿੰਦੇ ਉਹ ਫਿਰ ਪਾਰਖੂ ਹੁੰਦਾ ਹੈ। ਗੁਰਮੁਖਾਂ ਦਾ ਸੁਭਾਅ ਹੀ ਇਹੋ ਹੁੰਦਾ ਹੈ। ਕਿਸੇ ਬਾਰੇ ਕੋਈ ਕਹੇ ਨਾ ਕਿ ਬੜਾ ਕਰੋਧੀ ਹੈ, ਕਹਿੰਦੇ ਭਾਈ ਮੈਂ ਕਿਹੜਾ ਘਾਟਾ, ਮੈਨੂੰ ਨਾ ਦੱਸ ਤੂੰ। ਇਉਂ ਉਹ ਆਪਣੇ ਆਪ ਨੂੰ ਪਰਖਦੇ ਆ ਤੇ ਉਹ ਹੋਰ ਕਿਸੇ ਨੂੰ ਨਹੀਂ ਪਰਖਦੇ। ਮਹਾਰਾਜ ਕਹਿੰਦੇ ਭਾਈ ਉਹਨੂੰ ਅਸਲੀ ਪਾਰਖੂ ਜਿਹੜਾ ਹੈ ਜਾਣਨਾ ਕਰੋ। ਇਸੇ ਪ੍ਰਕਾਰ ਹੀ ਨਾਨਕ ਪਰਖੇ ਆਪ ਕੋ। ਮਹਾਰਾਜ ਕਹਿੰਦੇ ਆਪਣੇ ਆਪ ਨੂੰ ਪਰਖੇ ਕੀ ਵੀ ਮੈਂ ਕੌਣ ਆ, ਮੈਂ ਸਥੂਲ ਦੇ ਆ, ਮੈਂ ਸੂਖਸ਼ਮ ਦੇ ਆ, ਮੈਂ ਕਾਰਨ ਦੇ ਆ, ਮੈਂ ਕੀ ਆ, ਪਰਖੇ ਨਾ। ਤੇ ਜੇ ਦੇ ਹੀ ਸਮਝੀ ਬੈਠਾ ਤੇ ਕਾਹਦਾ ਪਾਰਖੂ ਹੈ।
ਦੇਹ ਤਾਂ ਜੰਮਣ ਮਰਨ ਚ ਆਉਂਦੀ ਹੈ, ਸੂਖਸ਼ਮ ਸਰੀਰ ਸਮਝੀ ਬੈਠਾ ਤੇ ਪਰਲੋਕ ਚ ਲੇਖਾ ਕਰਮਾਂ ਦੀ ਫਾਹੀ ਗਲ ਪਈ ਰਹਿੰਦੀ ਹੈ। ਕਾਰਨ ਸਰੀਰ ਜਿਹੜੀ ਅਵਿਦਿਆ ਹੈ ਤੇ ਉਹ ਤਾਂ ਫਿਰ ਮਹਾਰਾਜ ਕਹਿੰਦੇ ਭਾਈ ਅਗਿਆਨ ਹੀ ਹੈ ਨਾ। ਇਸ ਕਰਕੇ ਆਪਣੇ ਆਪ ਨੂੰ ਸਮਝੇ ਕਿ ਕੀ ਆ, ਮੈਂ ਕੌਣ ਆ, ਪਰਖਣਾ ਕਰੇ। ਤੇ ਜਦੋਂ ਉਹਨੂੰ ਪਰਖਣਾ ਪਤਾ ਲੱਗ ਜਾਂਦਾ ਨਾ, ਪਰਖ ਕੇ ਗੁਰੂ ਜੀ ਦੁਆਰਾ ਪਰਖ ਹੁੰਦੀ ਹੈ, ਫਿਰ ਪਰਖ ਕੇ ਪਤਾ ਲੱਗਦਾ ਕਿ ਮੈਂ ਤਾਂ ਸੁੱਧ ਸਰੂਪ ਹਾਂ, ਮੈਂ ਤਾਂ ਚੇਤਨ ਬ੍ਰਹਮ ਦਾ ਰੂਪ ਹਾਂ, ਮੈਂ ਤਾਂ ਉਸ ਪਰਮੇਸ਼ਰ ਦੀ ਅੰਸ਼ ਹਾਂ। ਮਹਾਰਾਜ ਕਹਿੰਦੇ ਜਿਹੜਾ ਭਾਈ ਆਪਣੇ ਸਰੂਪ ਨੂੰ ਪਰਖ ਲੈਂਦਾ ਏ ਤਾਂ ਪਾਰਖ ਜਾਣ, ਤਾਂ ਉਹਨੂੰ ਪਾਰਖੂ ਜਾਣੋ, ਉਹ ਹੈ ਬ੍ਰਹਮ ਗਿਆਨੀ, ਉਹ ਹੈ ਮਹਾਪੁਰਸ਼। ਮਹਾਰਾਜ ਕਹਿੰਦੇ ਭਾਈ ਜਿਹੜਾ ਪਰਖ ਲੈਂਦਾ ਕਿ ਮੈਂ ਨਾ ਸਥੂਲ ਦੇ ਆ, ਨਾ ਕਾਰਨ ਦੇ ਆ, ਨਾ ਸੂਖਸ਼ਮ ਦੇ ਆ, ਮੈਂ ਤਾਂ ਭਾਈ ਬ੍ਰਹਮ ਰੂਪ ਆ। ਜਿਹੜਾ ਮਹਾਰਾਜ ਕਹਿੰਦੇ ਭਾਈ ਪਰਖ ਲੈਂਦਾ ਹੈ ਆਪਣੇ ਆਪ ਨੂੰ, ਉਹਨੂੰ ਪਾਰਖੂ ਗੁਰਸਿੱਖੋ ਜਾਣਨਾ ਕਰੋ। ਅਸਲੀ ਪਾਰਖੂ ਉਹ ਹੁੰਦਾ ਏ। ਰੋਗ ਦਾਰੂ ਦੋਵੈ ਬੁਝੈ। ਫਿਰ ਇਹ ਪੰਕਤੀ ਦੁਆਰਾ ਪੜੋ। ਨਾਨਕ ਪਰਖੇ ਆਪ ਕਉ। ਸਿਮੇ ਸਾਧ ਸੰਗਤ ਜੀ, ਜਿਹੜੇ ਪਰਖਣ ਵਾਲੇ ਹੁੰਦੇ ਆ ਨਾ, ਉਹ ਦੱਸ ਦਿੰਦੇ ਆ ਕਿ ਹੀਰਾ ਨਹੀਂ ਹੈ, ਪੱਥਰ ਵੈ। ਪਰਖਣ ਵਾਲੇ ਹੁੰਦੇ ਆ, ਉਹ ਦੱਸ ਦਿੰਦੇ ਸੋਨਾ ਨਹੀਂ ਹੈ, ਇਹ ਤਾਂ ਭਾਈ ਜਿਹੜਾ ਵਿਖਾਵਾ ਹੀ ਹੈ ਸੋਨੇ ਦਾ, ਤੇ ਇਹ ਅਸਲੀ ਸੋਨਾ ਨਹੀਂ ਹੈ, ਮੁਲੰਮਾ ਹੀ ਚੜਿਆ ਹੋਇਆ ਇਹਦੇ ਤੇ। ਇਸ ਤਰ੍ਹਾਂ ਉਹ ਵੇਖ ਲੈਂਦੇ ਆ ਪਾਰਖੂ। ਤੇ ਮਹਾਰਾਜ ਕਹਿੰਦੇ ਫਰਮਾਉਂਦੇ ਹਨ, ਨਾਨਕ ਪਰਖੇ ਆਪ ਕਉ। ਮਹਾਰਾਜ ਕਹਿੰਦੇ ਭਾਈ ਆਪਣੇ ਆਪ ਦੇ ਅੰਦਰ ਪਰਖ ਲਵੇ ਕਿ ਕਿਹੜੀ ਚੀਜ਼ ਅਸਲੀ ਹੈ। ਜਦੋਂ ਪਰਖੇਗਾ ਫਿਰ ਇਹਨੂੰ ਪਤਾ ਲੱਗਣਾ ਕਿ ਨਾਮ ਅਸਲੀ ਹੈ। ਹਰਸੋ ਹੀਰਾ ਛਾੜ ਕੇ ਕਰੈ ਆਨ ਕੀ ਆਸ, ਤੇ ਨਰ ਦੋਜਕ ਜਾਹੇਂਗੇ ਸਤ ਭਾਖੈ ਰਵਿਦਾਸ। ਭਈ ਹਰੀ ਵਰਗਾ ਹੀਰਾ, ਨਾਮ ਵਰਗਾ ਹੀਰਾ ਛੱਡ ਕਰਕੇ ਤੇ ਜੀਵ ਪਰਖ ਹੀ ਨਹੀਂ ਕਰਦਾ। ਕਾਮ ਕ੍ਰੋਧ ਨੂੰ ਹੀਰੇ ਸਮਝ ਕੇ ਅੰਦਰ ਧਾਰਨ ਕਰੀ ਬੈਠਾ ਹੈ, ਮਾਇਆ ਨੂੰ ਹੀਰੇ ਸਮਝ ਕੇ ਅੰਦਰ ਧਾਰਨ ਕਰੀ ਬੈਠਾ ਹੈ। ਹਰਸੋ ਹੀਰਾ ਛਾੜ ਕੇ, ਵਾਹਿਗੁਰੂ ਵਰਗਾ ਜਿਹੜਾ ਨਾਮ ਦਾ ਹੀਰਾ ਛੱਡ ਕਰਕੇ ਕਰੇ ਆਨ ਕੀ ਆਸ, ਹੋਰਨਾਂ ਦੀ ਆਸ ਕਰੇ ਤੇ ਪਦਾਰਥਾਂ ਦੀ ਆਸ ਕਰੇ, ਤੇ ਉਹ ਕੋਈ ਪਾਰਖੂ ਥੋੜੋ ਹੈ। ਉਹਦੀ ਬਾਬਤ ਕਿਹਾ ਕਿ ਤੇ ਨਰ ਦੋਜਕ ਜਾਹੇਂਗੇ, ਉਹ ਤਾਂ ਭਾਈ ਨਰਕਾਂ 'ਚ ਜਾ ਕੇ ਡਿੱਗਣਗੇ। ਤੇ ਨਾਲ ਮੋਹਰ ਲਾਤੀ ਸਤ ਭਾਖੈ ਰਵਿਦਾਸ। ਭਗਤ ਰਵਿਦਾਸ ਜੀ ਕਹਿੰਦੇ ਸੱਤ ਹੀ ਕਿਹਾ, ਝੂਠ ਨਾ ਜਾਣਿਓ ਇਸ ਗੱਲ ਦੇ ਅੰਦਰ। ਪਾਰਖੂ ਤਾਂ ਉਹ ਹੈ ਜਿਹਨੇ ਪਛਾਣ ਲਿਆ ਜੀਵਨ ਦੇ ਅੰਦਰ ਕਿ ਅਮੋਲਕ ਸਵਾਸ ਹੈ, ਨਾਮ ਜਪਣਾ ਚਾਹੀਦਾ। ਮਹਾਰਾਜ ਕਹਿੰਦੇ ਭਾਈ ਆਪਣੇ ਆਪ ਦੇ ਅੰਦਰ ਜਿਹਨੇ ਪਰਖ ਲਿਆ ਕਿ ਨਾਮ ਵਰਗਾ ਕੋਈ ਹੀਰਾ ਅਮੋਲਕ ਨਹੀਂ ਹੈ, ਤਾਂ ਪਾਰਖ ਜਾਣ। ਤਾਂ ਮਹਾਰਾਜ ਕਹਿੰਦੇ ਉਹਨੂੰ ਭਾਈ ਪਾਰਖੂ ਜਾਣਨਾ ਕਰੋ। ਉਹ ਪਾਰਖੂ ਹੈ ਜਿਹਨੇ ਪਰਖ ਲਿਆ ਹੈ ਕਿ ਇੱਕ ਇੱਕ ਸਾਹ ਨਾਲ ਨਾਮ ਜਪੀਏ। ਨਾਮ ਜਪ ਜਪ ਕੇ ਜਿਹਨੇ ਇੱਕ ਇੱਕ ਸਾਹ ਦਾ ਮੁੱਲ ਪਾ ਲਿਆ, ਹਜੂਰ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਭਾਈ ਉਹਨੂੰ ਪਾਰਖੂ ਜਾਣਨਾ ਕਰੋ। ਰੋਗ ਦਾਰੂ ਦੋਵੈ ਬੁਝੈ। ਫਿਰ ਮਹਾਰਾਜ ਨੂੰ ਪੁੱਛਦੇ ਆ ਕਿ ਸਤਿਗੁਰੂ ਜੀ ਜਿਹੜਾ ਵੈਦ ਵੈ, ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਕਿਹੜਾ ਚੰਗਾ ਹੁੰਦਾ ਹੈ? ਜਿਵੇਂ ਆਪਾਂ ਵੀ ਕੋਈ ਇਲਾਜ ਕਰਾਉਣਾ ਹੋਵੇ ਤੇ ਪੁੱਛਦੇ ਆ ਕਿ ਸ਼ਹਿਰ 'ਚ ਡਾਕਟਰ ਕਿਹੜਾ ਚੰਗਾ ਹੈ, ਤੇ ਉਹਦੇ ਕੋਲ ਜਾ ਕੇ ਇਲਾਜ ਕਰਾਉਂਦੇ ਆ। ਹਜੂਰ ਫਰਮਾਉਂਦੇ ਕਿ ਭਾਈ ਵੈਦ ਕਿਹੜਾ ਚੰਗਾ ਹੁੰਦਾ ਏ? ਰੋਗ ਦਾਰੂ ਦੋਵੈ ਬੁਝੈ। ਮਹਾਰਾਜ ਕਹਿੰਦੇ ਰੋਗ ਵੀ ਬੁੱਝ ਲਵੇ ਕਿ ਕੀ ਹੈ, ਤੇ ਉਹ ਰੋਗ ਦੀ ਫਿਰ ਦਾਰੂ ਜਿਹੜੀ ਦਵਾਈ ਹੈ ਉਹ ਵੀ ਬੁੱਝ ਲੈਂਦਾ ਹੋਵੇ। ਇਹ ਨਹੀਂ ਕਿ ਢਿੱਡ ਪੀੜ ਹੁੰਦੀ ਤੇ ਸਿਰ ਪੀੜ ਦੀ ਦਵਾਈ ਦੇਈ ਜਾਵੇ, ਨਾ ਉਹਨੂੰ ਰੋਗ ਪਤਾ ਹੋਵੇ ਨਾ ਦਾਰੂ ਦਵਾਈ ਪਤਾ ਹੋਵੇ। ਤੇ ਮਾਫ ਕਰਨਾ, ਡਾਕਟਰ ਅੱਜ ਕੱਲ ਇਹ ਜਿਹੇ ਹੀ ਹੈ। ਨਾਲੇ ਖਾਸ ਕਰਕੇ ਹਿੰਦੁਸਤਾਨ 'ਚ ਇੱਥੇ ਤਾਂ ਇਹ ਵੀ ਨਹੀਂ ਭੈ ਕਰਦੇ, ਜਿਹੜੀ ਮੈਡੀਕਲ ਦੀ ਡਿਗਰੀ ਹੈ ਨਾ, ਇਹ ਵੀ ਸਾਧ ਸੰਗਤ ਜੀ ਰਿਸ਼ਵਤ ਦੇ ਕੇ ਲਈ ਹੈ ਕਈਆਂ ਨੇ। ਤੇ ਨਾ ਦੇਣ ਵਾਲੇ ਗੁਰੇਜ ਕਰਦੇ ਐ, ਨਾ ਲੈਣ ਵਾਲੇ ਡਰਦੇ ਐ ਕਿ ਪੈਸੇ ਦੇ ਕੇ ਜੇ ਬਣੇ ਡਾਕਟਰ ਤੇ ਕੋਈ ਆਪਣਾ ਰਿਸ਼ਤੇਦਾਰੀ ਚੀਰ ਫਾੜ ਕਰਤੀ, ਮਾਰਤਾ, ਤੇ ਫਿਰ ਤੇ ਹਸਪਤਾਲਾਂ 'ਚ ਹੁੰਦਾ ਅੱਜ ਕੱਲ ਇਹੋ ਕੁਝ ਹੀ ਹੈ। ਸਹੀ ਸਲਾਮਤ ਜਾਂਦੇ ਆ, ਲੋਥਾਂ ਬਣਾ ਬਣਾ ਕੱਢੀ ਜਾਂਦੇ ਉਥੋਂ, ਤੇ ਕੌਣ ਪੁੱਛਣ ਵਾਲਾ? ਕੋਈ ਨਹੀਂ ਪੁੱਛਦਾ। ਇੱਥੇ ਤਾਂ ਬਸ ਰਿਸ਼ਵਤ ਚੱਲਦੀ ਹੈ। ਤੇ ਫਿਰ ਨਾ ਉਹਨਾਂ ਨੂੰ ਰੋਗ ਪਤਾ ਹੁੰਦਾ ਇਲਾਜ ਕੀ ਕਰਨਾ ਹੈ। ਕਿੰਨੇ ਸਾਧ ਸੰਗਤ ਜੀ ਗਰੀਬਾਂ ਦਾ ਬੁਰਾ ਹਾਲ ਕਰਦੇ ਹਸਪਤਾਲਾਂ ਦੇ ਅੰਦਰ। ਜਿੰਨਾ ਅੱਜ ਹਸਪਤਾਲਾਂ ਦੇ ਵਿੱਚ ਲੁੱਟਦੇ ਆ ਨਾ, ਹੁਣ ਤਾਂ ਬਿਮਾਰੀ ਕਰਕੇ ਹੀ ਬੰਦ ਕਰਤੇ, ਡਰਦੇ ਆ ਉਹਨਾਂ ਨੇ ਵੀ ਕਿਤੇ ਸਾਨੂੰ ਨਾ ਚਿੰਬੜ ਜੇ। ਨਹੀਂ ਤੇ ਬਹੁਤ ਜ਼ਿਆਦਾ ਗਰੀਬਾਂ ਦਾ ਸ਼ੋਸ਼ਣ ਕਰਦੇ ਹਸਪਤਾਲਾਂ ਦੇ ਅੰਦਰ। ਕੁਛ ਵੀ ਨਹੀਂ ਹੋਇਆ ਹੁੰਦਾ, ਮਾਇਆ ਦੇ ਖਾਤਰ ਜਿਹੜਾ ਹੈ ਇਹ ਕੋਈ ਵੈਦ ਦਾ ਧਰਮ ਹੈ, ਕੋਈ ਡਾਕਟਰਾਂ ਦਾ ਧਰਮ ਹੈ, ਪਰ ਲੁੱਟੀ ਚਲੇ ਜਾਂਦੇ ਆ, ਲੁੱਟੀ ਚਲੇ ਜਾਂਦੇ ਆ। ਕੱਖ ਨਹੀਂ ਪਤਾ ਰੋਗ ਕੀ ਹੈ। ਤੇ ਮਹਾਰਾਜ ਕਹਿੰਦੇ ਭਾਈ ਜਿਹਨੂੰ ਰੋਗ ਹੀ ਨਹੀਂ ਪਤਾ ਤੇ ਉਹਨੂੰ ਦਾਰੂ ਕੀ ਬੁੱਝਣੀ ਹੈ?
ਦਵਾਈ ਕੀ ਉਹਨ ਬੁੱਝਣੀ ਹੈ? ਦਵਾਈ ਨਹੀਂ ਉਹ ਜਾਣ ਸਕਦਾ ਹੈ। ਜਿਹੜਾ ਰੋਗ ਵੀ ਬੁੱਝ ਲਵੇ ਤੇ ਫਿਰ ਉਹਦੀ ਦਵਾਈ ਜਿਹੜੀ दारू ਹੈ, ਮਹਾਰਾਜ ਕਹਿੰਦੇ ਦੋਵਾਂ ਨੂੰ ਭਾਈ ਬੁੱਝ ਲਵੇ, ਸਮਝ ਲਵੇ ਤਾਂ ਵੈਦ ਸੁਜਾਨ, ਤਾਂ ਉਹਨੂੰ ਸੁਜਾਨ ਸਿਆਣਾ ਵੈਦ ਜਿਹੜਾ ਹੈ ਉਹ ਕਿਹਾ ਜਾ ਸਕਦਾ ਹੈ। ਜਿਵੇਂ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਇੱਕ ਲੌਕਿਕ ਪ੍ਰਮਾਣ ਦਾ ਜ਼ਿਕਰ ਕੀਤਾ ਹੈ। ਕਹਿੰਦੇ ਇੱਕ ਵੈਦ ਦੀ ਬੜੀ ਪ੍ਰਸਿੱਧੀ ਸੀਗੀ ਵੀ ਬੜੇ ਬੱਲੇ ਬਹੁਤ ਸਿਆਣਾ ਵੈਦ ਹੈ ਤੇ ਉਹਦੀ ਬੜੀ ਚਰਚਾ ਹੋਇਆ ਕਰੇ। ਇੱਕ ਜਾ ਕੇ ਉਹਦੀ ਪ੍ਰਭਤਾ ਸੁਣ ਕੇ ਕਹਿੰਦਾ ਚਲੋ ਵੀ ਆਪਾਂ ਵੀ ਵੈਦਗੀ ਸਿੱਖੀਏ। ਤੇ ਉਹਦਾ ਜਾ ਕੇ ਸ਼ਿਸ਼ ਬਣ ਗਿਆ। ਕਹਿੰਦਾ ਮਹਾਰਾਜ ਮੈਨੂੰ ਵੈਦਗੀ ਸਿਖਾਓ। ਕਹਿੰਦੇ ਕੋਈ ਨਹੀਂ, ਇਹ ਤਾਂ ਬੜਾ ਔਖਾ ਕੰਮ ਹੈ ਪਰ ਤੈਨੂੰ ਨਾਲ ਰਹਿ ਕੇ ਸਿੱਖਣੀਆਂ ਪੈਣੀਆਂ ਸਾਰੀਆਂ ਚੀਜ਼ਾਂ। ਕਹਿੰਦਾ ਮਹਾਰਾਜ ਕੋਈ ਨਹੀਂ, ਸਿੱਖ ਲਾਂਗੇ ਜੀ। ਤੇ ਉਹ ਫਿਰ ਇੱਕ ਆ ਗਿਆ, ਕਹਿਣ ਲੱਗਾ ਮਹਾਰਾਜ ਮੇਰੀ ਊਠਣੀ ਜਿਹੜੀ ਉਹ ਬੜੀ ਤੰਗ ਹੈ, ਲਿਟ ਰਹੀ ਹੈ ਤੇ ਉਹਨੂੰ ਮਹਾਰਾਜ ਪਤਾ ਨਹੀਂ ਕੀ ਹੋ ਗਿਆ। ਵੈਦ ਆਪ ਦਾ ਝੋਲਾ ਮੋਢੇ ਤੇ ਪਾਇਆ ਤੇ ਉਹ ਨਵਾਂ ਸੇਵਕ ਜਿਹੜਾ ਨਾਲ ਰਲਿਆ ਸੀ ਵੈਦਗੀ ਸਿੱਖਣ ਵਾਸਤੇ, ਉਹਨੂੰ ਨਾਲ ਲੈ ਲਿਆ। ਚੱਲ ਬਈ ਆ ਤੈਨੂੰ ਦਿਖਾਈਏ। ਤੇ ਉਹ ਲੈ ਤੁਰੇ। ਜਦੋਂ ਉੱਥੇ ਗਏ ਉਹਨਾਂ ਨੇ ਵੇਖਿਆ ਊਠਣੀ ਦੀ ਧੌਣ ਨੂੰ ਟੋਇਆ ਟਾਇਆ। ਉਹਨਾਂ ਵੇਖਿਆ ਕਿ ਇਹਦੇ ਵਿੱਚ ਕਚਰਾ ਫਸਿਆ ਹੋਇਆ। ਜਿਹੜਾ ਕੱਚਾ ਖਰਬੂਜਾ ਹੁੰਦਾ ਨਾ ਉਹਨੂੰ ਕਚਰਾ ਕਹਿੰਦੇ ਆ। ਤੇ ਉਹ ਕਹਿਣ ਲੱਗੇ ਵੀ ਇਹ ਉੱਥੇ ਚਰੰਦਾਂ 'ਚ ਚਰਨ ਗਈ ਸੀ ਖੇਤਾਂ 'ਚ। ਕਿ ਹਾਂ ਮਹਾਰਾਜ ਉੱਥੇ ਖਰਬੂਜਿਆਂ ਦਾ ਖੇਤ ਸੀ, ਉੱਥੇ ਚਰਦੀ ਸੀਗੀ। ਉਹਨਾਂ ਵੇਖ ਲਿਆ ਵੀ ਇਹ ਕਚਰਾ ਜਿਹੜਾ ਸਬੂਤਾ ਹੀ ਫਸ ਗਿਆ ਇਹਦੀ ਧੌਣ 'ਚ। ਕਹਿਣ ਲੱਗੇ ਇੱਕ ਲਿਆ, ਜਿਹੜਾ ਸਿਲ ਲਿਆ ਉਹਨੇ ਲਿਆਂਦੀ ਤੇ ਉੱਤੇ ਵੱਟਾ ਰੱਖ ਕੇ ਨਾ ਥੱਲੇ ਸਿਲ ਰੱਖ ਕੇ ਤੇ ਉਹਦੀ ਧੌਣ 'ਚ ਮਾਰਿਆ ਵੱਟਾ ਤੇ ਉਹ ਕਚਰਾ ਫਿਸ ਗਿਆ। ਤੇ ਜਦੋਂ ਫਿਸ ਗਿਆ ਤੇ ਉਹ ਉੱਠਣੀ ਠੀਕ ਹੋ ਗਈ ਉਸੇ ਵੇਲੇ ਉੱਠ ਕੇ। ਤੇ ਉਹ ਕਹਿਣ ਲੱਗਾ ਮਹਾਰਾਜ ਬੜਾ ਧੰਨਵਾਦ ਹੈ ਤੁਹਾਡਾ, ਬੜਾ ਰਾਜੀ ਕਰਤਾ ਜੇ ਮੇਰੀ ਉੱਠਣੀ ਨੂੰ। ਤੇ ਉਹ ਵੈਦ ਨੇ ਰਾਜੀ ਕਰਤਾ। ਜਿਹੜਾ ਨਵਾਂ ਸੇਵਕ ਨਾਲ ਰਲਿਆ ਸੀ ਉਹ ਕਹਿਣ ਲੱਗਾ ਵੀ ਗੱਲ ਤਾਂ ਕੁਝ ਵੀ ਨਹੀਂ ਹੈ, ਤਾਂ ਹੁਣ ਇੰਨਾ ਸਮਾਂ ਐਵੇਂ ਬਰਬਾਦ ਕਰਨਾ ਤੇ ਚੱਲੀ ਆਪਦੀ ਦੁਕਾਨ ਖੋਲੀਏ। ਇਵੇਂ ਹੀ ਜਿਹੜੇ ਆ ਨਾਲ ਰਲੇ ਹੁੰਦੇ ਆ ਨਾ, ਉਹ ਪਿੰਡਾਂ 'ਚ ਉਹਨਾਂ ਨੇ ਲਾਇਆ ਹੁੰਦਾ ਬੋਰਡ। ਉਮਰ ਤੇ ਹੁੰਦੀ ਹੈ 30 ਸਾਲ ਦੀ ਤੇ ਲਿਖਿਆ ਹੁੰਦਾ ਬੋਰਡ ਤੇ 100 ਸਾਲ ਦਾ ਤਜਰਬਾ। ਉਮਰ 30 ਸਾਲ ਹੈ ਤੇ ਤਜਰਬਾ 100 ਸਾਲ ਦਾ ਲਿਖਿਆ। ਤੇ ਭਾਵੇਂ ਜਿੰਨੇ ਮਰਜ਼ੀ ਫੜ ਲੋਕਾਂ ਨੂੰ ਮਾਰੀ ਜਾਣ। ਤੇ ਉਹ ਸਾਧ ਸੰਗਤ ਜੀ ਇਹੋ ਜਿਹਾ ਉਹ ਕਹਿੰਦਾ ਚਲੀਏ ਐਵੇਂ ਟਾਈਮ ਖਰਾਬ ਕਰਨਾ ਹੁਣ ਇਹਨਾਂ ਕੋਲ, ਤੇ ਗੁਰ ਤਾਂ ਸਿੱਖ ਲਿਆ ਆਪਾਂ। ਤੇ ਉਹ ਆ ਗਿਆ ਆਪਦੇ ਪਿੰਡ 'ਚ ਆ ਕੇ ਉਹਨੇ ਖੋਲ ਲਈ ਦੁਕਾਨ। ਫਿਰ ਵੀ ਮਹਾਨ ਵੈਦ ਤੇ ਇੰਨੇ ਚਿਰ ਦਾ ਤਜਰਬਾ। ਤੇ ਉਧਰੋਂ ਉਥੇ ਜਿਹੜੇ ਪਿੰਡ ਦੇ ਲੰਬੜ ਸੀ ਉਹਨਾਂ ਦੇ ਮਾਈ ਨੂੰ ਸਾਧ ਸੰਗਤ ਜੀ ਧੌਣ ਤੇ ਗਿੱਲਣ ਹੋਈ ਸੀ। ਉਹ ਜਿਹੜਾ ਮਾਸ ਵੱਧ ਜਾਂਦਾ ਨਾ ਤੇ ਉਹ ਢਿੱਲੀ ਹੋ ਗਈ ਮਾਈ। ਉਹਨੂੰ ਲੈ ਕੇ ਕਹੇ ਮਹਾਰਾਜ ਦਵਾਈ ਕਰੋ, ਸਾਡੀ ਮਾਤਾ ਬਿਮਾਰ ਹੈ। ਉਹਨੇ ਵੇਖਿਆ ਵੀ ਇਹਦੇ ਵੀ ਕਚਰਾ ਹੀ ਫਸਿਆ ਧੌਣ 'ਚ ਲੱਗਦਾ। ਤੇ ਉਹਨੇ ਕੀ ਕੀਤਾ, ਕਹਿੰਦਾ ਵੀ ਇਹ ਚਰੰਦਾਂ 'ਚ ਗਈ ਸੀ। ਉਹ ਕਹਿੰਦੇ ਮਹਾਰਾਜ ਇਹ ਕੋਈ ਜਾਨਵਰ ਵਿੱਚ ਚੁਗਣ ਗਈ ਸੀ। ਕਹਿੰਦੇ ਜੇ ਇਲਾਜ ਕਰਾਉਣਾ ਤੇ ਹਾਂ ਕਹਿਣਾ ਪਊਗਾ। ਉਹ ਕਹਿਣ ਲੱਗੇ ਬਈ ਚੰਗਾ ਵੀ ਗਈ ਸੀ ਮਹਾਰਾਜ। ਤੇ ਉਹ ਕਹਿਣ ਲੱਗਾ ਚੰਗਾ ਇੱਕ ਸਿਲ ਲਿਆਓ। ਉਹ ਲਿਆਂਦੀ, ਧੌਣ ਮਾਈ ਦੀ ਰੱਖ ਕੇ ਸਿਲਾ ਦੇ ਉੱਤੇ ਮਾਰਿਆ ਪੱਥਰ ਧੌਣ ਦੇ ਉੱਤੇ ਤੇ ਮਾਈ ਮਾਰ ਕੱਢੀ ਉਹਨੇ। ਜਦੋਂ ਮਾਈ ਮਾਰ ਦਿੱਤੀ ਉਹਨਾਂ ਫੜ ਕੇ ਕਿਹਾ ਵੀ ਤੂੰ ਸਾਡੀ ਮਾਈ ਮਾਰ ਦਿੱਤੀ ਹੈ। ਉਹ ਰਾਜੇ ਦੇ ਕੋਲ ਲੈ ਕੇ ਪਕੜ ਕੇ ਕਿ ਮਹਾਰਾਜ ਵੇਖੋ ਚੰਗੀ ਭਲੀ ਥੋੜਾ ਬਿਮਾਰ ਸੀ, ਇਹਨੇ ਮਾਈ ਸਾਡੀ ਮਾਰਤੀ। ਭਾਈ ਗੁਰਦਾਸ ਜੀ ਨੇ ਲਿਖਿਆ ਸੇਵਕ ਸਿੱਖੀ ਵੈਦਗੀ। ਤੇ ਇਉਂ ਕਹਿੰਦੇ ਆ ਕਿ ਜਿਹੜਾ ਉਹ ਸੇਵਕ ਸਿੱਖ ਕਰਕੇ ਵੈਦਗੀ ਜਿਹੜਾ ਸੀਗਾ ਉਹ ਚਲੇ ਗਿਆ ਤੇ ਜਾ ਕੇ ਮਾਈ ਉਹਨੂੰ ਮਾਰ ਦਿੱਤੀ। ਰਾਜੇ ਨੇ ਫਿਰ ਪਕੜ ਕੇ ਉਹਨੂੰ ਸਜ਼ਾ ਦਿੱਤੀ। ਉਹਨੂੰ ਦੱਸਿਆ ਕਿ ਮਹਾਰਾਜ ਮੈਂ ਤਾਂ ਵੈਦ ਜੀ ਦੇ ਕੋਲੋਂ ਇਹੀ ਸਿੱਖਿਆ ਸੀ, ਊਠਣੀ ਦਾ ਉਹਨਾਂ ਕਚਰਾ ਭੰਨ ਦਿੱਤਾ ਸੀਗਾ। ਤੇ ਉਹਨੇ ਇਹ ਸਮਝਿਆ ਕਿ ਗਿੱਲਣ ਵੀ ਸ਼ਾਇਦ ਮਾਈ ਦੇ ਉਹ ਖਰਬੂਜਾ ਹੀ ਅੜਿਆ ਗਲੇ ਦੇ ਅੰਦਰ। ਇਹੋ ਜਿਹੇ ਵੈਦ ਸਾਹਿਬ ਸੰਗਤ ਜੀ ਉਹ ਨੀਮ ਹਕੀਮ ਖਤਰੇ ਜਾਣ ਵਾਲੀ ਗੱਲ ਵੈ। ਤੇ ਇਹ ਉਹ ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਦੇ ਕਹੇ ਹੋਏ ਵਾਕ ਹਨ ਭਾਈ ਕਿ ਵੈਦ ਜਿਹੜਾ ਅਸਲੀ ਕਿਹੜਾ ਹੁੰਦਾ ਹੈ। ਹਜੂਰ ਕਹਿੰਦੇ ਆ ਭਾਈ ਰੋਗ ਨੂੰ ਵੀ ਬੁੱਝ ਲਵੇ, ਦਵਾਈ ਨੂੰ ਵੀ ਬੁੱਝ ਲਵੇ ਤਾਂ ਵੈਦ ਸੁਜਾਨ, ਤਾਂ ਉਹਨੂੰ ਵੈਦ ਜਿਹੜਾ ਹੈ ਸਿਆਣਾ ਕਿਹਾ ਜਾ ਸਕਦਾ। ਇਸੇ ਪ੍ਰਕਾਰ ਹੀ ਰੋਗ दारू ਦੋਵੇਂ ਬੁੱਝੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਜਿਹੜਾ ਰੋਗ ਤੇ दारू ਜਿਹੜੀ ਦਵਾਈ ਹੈ, ਰੋਗ ਕੀ ਹੈ ਸਾਧ ਸੰਗਤ ਜੀ? ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਕਿ ਸੰਸਾਰ ਦੇ ਅੰਦਰ ਜਿਹੜਾ ਹੈ ਨਾ ਸੰਸਾਰ ਰੋਗੀ ਨਾਮ दारू, ਮੈਲ ਲਾਗੈ ਸੱਚ ਬਿਨਾ। ਸੰਸਾਰ ਸਾਰਾ ਹੀ ਰੋਗੀ ਹੋਇਆ ਪਿਆ। ਕਿਹੜਾ ਰੋਗ ਹੈ? ਹਉਮੈ ਦਾ ਰੋਗ ਚਿੰਬੜਿਆ ਹੋਇਆ, ਧੁਰੋਂ ਹੀ ਜਿਹੜਾ ਰੋਗ ਚਿੰਬੜਿਆ ਹੋਇਆ। ਤੇ ਵੈਦ ਦੀ ਨਿਆਈ ਕੌਣ ਹਨ? ਉਹ ਸਾਧ ਸੰਗਤ ਜੀ ਗੁਰੂ ਸਾਹਿਬ ਹਨ। ਸਿੱਖਾਂ ਪੁੱਛਿਆ ਕਿ ਮਹਾਰਾਜ ਅਸਲੀ ਹਉਮੈ ਦੀ ਰੋਗ ਦੀ ਦਵਾਈ ਦੇਣ ਵਾਲਾ ਅਸਲੀ ਗੁਰੂ ਕੌਣ ਹੈ?
ਤੇ ਸਤਿਗੁਰੂ ਜੀ ਦੱਸਦੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਕੇ ਭਾਈ ਅਸਲ ਵਿੱਚ ਜਿਹੜਾ ਹੈ ਉਹ ਵੈਦ ਕੌਣ ਹੈ। ਮਹਾਰਾਜ ਨੇ ਫਰਮਾਇਆ ਹੈ ਤਾਂ ਵੈਦ ਸੁਜਾਨ ਫਿਰ ਪੰਕਤੀ ਰੋਗ ਦਾਰੂ ਦੋਵੈ ਬੁਝੈ। ਰੋਗ ਵੀ ਬੁੱਝ ਲੈਂਦੇ ਆ ਗੁਰੂ ਸਾਹਿਬ ਦੇ ਚਰਨਾਂ ਦੀ ਸ਼ਰਨ ਚ ਜਦੋਂ ਆਉਂਦਾ ਨਾ ਤੇ ਸਾਧ ਸੰਗਤ ਜੀ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਅਬਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਸਿੱਖ ਆ ਕੇ ਹਜੂਰ ਦੇ ਅੱਗੇ ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ ਨਾ ਮਹਾਰਾਜ ਮੇਰੇ ਹਉਮੈ ਦੀ ਰੋਗ ਦੀ ਦਵਾਈ ਹੋਰ ਨਹੀਂ ਕਿਤੇ। ਸੱਚੇ ਪਾਤਸ਼ਾਹ ਮੈਂ ਜਿਹੜਾ ਕਾਮ ਨਾਲ ਪੀੜਤ ਵਾਂ ਕ੍ਰੋਧ ਨਾਲ ਪੀੜਤ ਵਾਂ ਇਹ ਮਹਾਰਾਜ ਦਵਾਈ ਕਿਤੇ ਹੋਰ ਨਹੀਂ। ਸੱਚੇ ਪਾਤਸ਼ਾਹ ਮੇਰੇ ਅੰਦਰ ਰੋਗ ਵੇਖ ਕੇ ਤੇ ਕਿਰਪਾ ਕਰਕੇ ਮੈਨੂੰ ਦਵਾਈ ਦਿਓ। ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਪੂਰੇ ਵੈਦ ਹੈ ਨਾ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ ਵੇਖਦੇ ਆ ਕਿ ਸਿੱਖ ਦੇ ਅੰਦਰ ਕਿਹੜੀ ਚੀਜ਼ ਜ਼ਿਆਦੀ ਪ੍ਰਬਲ ਹੈ। ਇਹਨੂੰ ਕਾਮ ਦਾ ਫੁਰਨਾ ਜ਼ਿਆਦਾ ਸਤਾਉਂਦਾ ਹੈ ਤੇ ਫਿਰ ਮਹਾਰਾਜ ਉਹਨੂੰ ਦਵਾਈ ਦਿੰਦੇ ਆ ਸਿੱਖਾ ਤੂੰ ਸੰਗਤ 'ਚ ਜ਼ਿਆਦਾ ਰਿਹਾ ਕਰ ਸੰਗਤ ਕਰਿਆ ਕਰ। ਜੇ ਉਹਨੂੰ ਹਉਮੈ ਦਾ ਬਾਹਲਾ ਰੋਗ ਚਿੰਬੜਿਆ ਹੋਇਆ ਹੈ ਫਿਰ ਸਤਿਗੁਰੂ ਜੀ ਉਹਨੂੰ ਕਹਿੰਦੇ ਸੇਵਾ ਕਰਿਆ ਕਰ ਆਪਣੇ ਹੱਥਾਂ ਨਾਲ। ਇਹ ਮਹਾਰਾਜ ਦਵਾਈ ਦੱਸ ਦਿੰਦੇ ਸਤਿਗੁਰੂ ਜੀ ਵੇਖ ਲੈਂਦੇ ਆ ਰੋਗ ਕੀ ਹੈ ਤੇ ਫਿਰ ਮਹਾਰਾਜ ਦਵਾਈ ਦੱਸਦੇ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ। ਜਿਹਨੂੰ ਬਾਹਲਾ ਹੀ ਨਿੰਦਾ ਕਰਨ ਦੀ ਉਲਟੀ ਲੱਗੀ ਹੋਵੇ ਉਹਨੂੰ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨਿਮਰਤਾ ਦਾ ਚੂਰਨ ਦਿੰਦੇ ਆ ਵੀ ਤੂੰ ਆਪਣੇ ਆਪ ਨੂੰ ਸਭ ਤੋਂ ਮਾੜਾ ਜਾਣ ਲੈ ਤੇ ਫਿਰ ਇਹ ਨਿੰਦਾ ਕਰਨ ਰੂਪੀ ਉਲਟੀ ਵੀ ਹਟ ਜਾਂਦੀ ਹੈ। ਉਲਟੀਆਂ ਹੀ ਕਰਨ ਦੇ ਬਰਾਬਰ ਹੈ ਨਾ ਕਦੇ ਕਿਤੇ ਦੀ ਨਿੰਦਾ ਕਦੇ ਕਿਸੇ ਦੀ ਨਿੰਦਾ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਪੂਰੇ ਸਤਿਗੁਰੂ ਜੀ ਵੈਦ ਹੈ ਗਰੀਬ ਨਵਾਜ ਸੱਚੇ ਪਾਤਸ਼ਾਹ ਰੋਗ ਬੁੱਝ ਲੈਂਦੇ ਆ ਰੋਗ ਕੀ ਹੈ ਤੇ ਫਿਰ ਉਹੋ ਹੀ ਦਾਰੂ ਮਹਾਰਾਜ ਸਾਹਿਬ ਜੀ ਦਵਾਈ ਵੀ ਉਹੋ ਹੀ ਦਿੰਦੇ ਆ। ਤੇ ਜਿਹਨੂੰ ਸਾਧ ਸੰਗਤ ਜੀ ਫਿਰ ਜਿਹੜਾ ਹੈ ਪਖੰਡੀ ਉਹਨੂੰ ਤਾਂ ਰੋਗ ਵੀ ਨਹੀਂ ਪਤਾ ਲੱਗਦਾ ਕਿ ਰੋਗ ਕੀ ਹੈ। ਰੋਗ ਬੁੱਝੇ ਤੇ ਤਾਂ ਹੀ ਅੱਗੇ ਦਾਰੂ ਕਰੇ ਨਾ। ਤੇ ਪਖੰਡੀ ਜਿਹੜੇ ਆ ਜਿਵੇਂ ਧੀਰਮਲ ਸੀਗਾ ਉਹ ਮੱਖਣ ਸ਼ਾਹ ਬੈਠਾ ਫੁਰਨਾ ਕਰੇ ਕਿ ਜੇ ਅਸਲੀ ਗੁਰੂ ਹੈ ਤੇ ਮੇਰੇ ਜਹਾਜ਼ ਵਾਲਾ ਪਤਾ ਦੱਸੇ ਤੇ ਧੀਰਮਲ ਕਹੇ ਮੱਖਣ ਸ਼ਾਹ ਤੇਰੇ ਤੇ ਬੜੀ ਕਿਰਪਾ ਹੈ ਤੇਰੇ ਤੇ ਤਾਂ ਮਹਾਰਾਜ ਗੁਰੂ ਨਾਨਕ ਸਾਹਿਬ ਮਿਹਰਬਾਨ ਹੈ। ਉਹ ਖੁਸ਼ਾਮਦ ਕਰੀ ਜਾਵੇ ਧੀਰਮਲ ਕਿ ਹੋਰ ਜਿੰਨੀਆਂ ਮੋਹਰਾਂ ਇਹਦੇ ਕੋਲ ਹੈਗੀਆਂ ਮੈਨੂੰ ਹੀ ਭੇਟ ਕਰ ਜੇ ਤੇ ਚੰਗੀ ਗੱਲ ਹੈ। ਉਹ ਖੁਸ਼ਾਮਦ ਕਰਦਾ ਪਿਆ ਸੀ ਪਰ ਅੰਦਰਲੀ ਗੱਲ ਨੂੰ ਕੌਣ ਬੁੱਝ ਸਕਦਾ ਹੈ। ਇਹ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਹੀ ਬੁੱਝ ਕੇ ਦੱਸਿਆ ਨਾ ਫਿਰ ਸੱਚੇ ਪਾਤਸ਼ਾਹ ਨੇ। ਇਉਂ ਮਹਾਰਾਜ ਕਹਿੰਦੇ ਭਾਈ ਜਿਹੜੇ ਅੰਦਰਲੀ ਰੋਗਾਂ ਦੀ ਜਿਹੜੀ ਇਹ ਬਿਮਾਰੀ ਚਿੰਬੜੀ ਹੋਈ ਰੋਗ ਚਿੰਬੜੇ ਹੋਏ ਆ ਨਾ ਇਹਨੂੰ ਪੂਰੇ ਗੁਰੂ ਸਾਹਿਬ ਜੀ ਹੀ ਕਿਰਪਾ ਕਰਕੇ ਬੁੱਝਦੇ ਆ ਜਾਣਦੇ ਆ ਸਮਝਦੇ ਆ ਤੇ ਫਿਰ ਉਹੋ ਹੀ ਮਹਾਰਾਜ ਸਾਹਿਬ ਜੀ ਕਿਰਪਾ ਕਰਕੇ ਨਾਮ ਦੀ ਦਵਾਈ ਜਿਹੜੀ ਹੈ ਗੁਰੂ ਸਾਹਿਬ ਦੇ ਕੋਲ ਹੀ ਹੈ ਮਹਾਰਾਜ ਦੇ ਕੋਲ ਹੈ ਹੋਰ ਨਹੀਂ ਕਿਸੇ ਕੋਲ ਨਾਮ ਦੀ ਦਵਾਈ ਮਹਾਰਾਜ ਜੀ ਦਿੰਦੇ ਆ ਬੁੱਝ ਕਰਕੇ। ਤਾਂ ਵੈਦ ਸੁਜਾਨ ਤਾਂ ਮਹਾਰਾਜ ਕਹਿੰਦੇ ਭਾਈ ਉਸ ਨੂੰ ਜਿਹੜਾ ਹੈ ਨਾ ਅਸਲੀ ਗੁਰੂ ਜਾਣਿਆ ਜਾ ਸਕਦਾ ਹੈ। ਤੋ ਸਾਧ ਸੰਗਤ ਜੀ ਸਮਾਂ ਜਿਹੜਾ ਆਪਣੀ ਚਾਲ ਨਾਲ ਜਿਹੜਾ ਹੈ ਉਹ ਬੜਾ ਚਲੇ ਗਿਆ ਸ਼ਬਦ ਦਾ ਵਿਸਥਾਰ ਸੀਗਾ। ਤੋ ਆਪਾਂ ਇਸ ਸ਼ਬਦ ਦੀ ਸਮਾਪਤੀ ਜਿਹੜੀ ਹੈ ਕੱਲ ਦੇ ਦੀਵਾਨ ਵਿੱਚ ਕਰਾਂਗੇ। ਤੋ ਇਸ ਮਹੱਲੇ ਤੋਂ ਹੀ ਆਪਾਂ ਫਿਰ ਸ਼ੁਰੂ ਕਰ ਲਾਂਗੇ। ਤੋ ਜੋ ਸ਼ਲੋਕ ਹੈ ਉਹਦੀਆਂ 2 ਪੰਕਤੀਆਂ ਪੜ੍ਹ ਕੇ ਕਿਉਂਕਿ ਅੱਗੇ ਹੋਰ ਵੀ ਵਿਸਥਾਰ ਹੈ ਸ਼ਬਦ ਦਾ ਇਸ ਕਰਕੇ ਇੰਨੇ ਸਮੇਂ 'ਚ ਹੁਣ ਸਮਾਪਤੀ ਨਹੀਂ ਹੋਣੀ। ਤੋ ਸ਼ਲੋਕ ਦੀਆਂ ਆਪਾਂ 2 ਪੰਕਤੀਆਂ ਪੜ੍ਹ ਕੇ ਸਮਾਪਤੀ ਕਰਾਂਗੇ ਤੇ ਇਸੇ ਹੀ ਸ਼ਬਦ ਤੋਂ ਆਪਾਂ ਕੱਲ ਨੂੰ ਫਿਰ ਆਰੰਭਤਾ ਕਰ ਲਾਂਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅੱਗੇ ਵਾਸਤੇ ਮਹਾਰਾਜ ਸਮਤ ਬਖਸ਼ਣੀ ਜੀ। ਸ਼ਲੋਕ ਦੀਆਂ ਪੰਕਤੀਆਂ ਦੁਹਾਂ ਸਿਰਿਆ ਆਪੇ ਖਸਮ ਵੇਖੈ ਕਰ ਵਿਉਪਾਏ ਨਾਨਕ ਏਵੈ ਜਾਣੀਐ ਸਭ ਕਿਛ ਤਿਸ ਹੈ ਰਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾ